ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਪ੍ਰਾਈਮ ਟਾਈਮ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਦੇਸ਼ ਦੇ ਵਿੱਚ ਅਗਲੀ ਬਣਨ ਵਾਲੀ ਸਰਕਾਰ ਦੀ ਚਰਚਾ ਕਰਨੀ ਹੈ। ਸਰਕਾਰ ਕਿਹਦੀ ਬਣੇਗੀ? ਆਉਣ ਵਾਲੇ 5 ਸਾਲ ਭਾਰਤ ਦੇਸ਼ ਦੇ ਉੱਤੇ ਰਾਜ ਕੌਣ ਕਰੇਗਾ? ਕਿਉਂਕਿ ਜਿਹੜੀ ਸਿਆਸੀ ਧਿਰ ਰਾਜ ਕਰੇਗੀ ਉਹ ਆਪਣੀਆਂ ਨੀਤੀਆਂ ਲਾਗੂ ਕਰੂ ਤੇ ਉਹ ਨੀਤੀਆਂ ਭਾਰਤ ਦੇ ਵਿੱਚ ਵਸਦੇ ਲੋਕਾਂ ਦੇ ਉੱਤੇ ਸਿੱਧਾ ਪ੍ਰਭਾਵ ਪਾਉਣਗੀਆਂ। ਕੀ ਗਰੀਬੀ ਘਟੇਗੀ? ਕੀ ਰੁਜ਼ਗਾਰ ਵਧੇਗਾ? ਕੀ ਦੇਸ਼ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਠੀਕ ਹੋਏਗੀ? ਕਿ ਸਾਰੇ ਲੋਕਾਂ ਨੂੰ ਖਾਣ ਨੂੰ ਰੋਟੀ ਮਿਲੂਗੀ ਤੇ ਸਿਰ ਢੱਕਣ ਨੂੰ ਛੱਤ ਮਿਲੂਗੀ? ਇਹ ਬਹੁਤ ਵੱਡੇ ਸਵਾਲ ਨੇ ਸਾਡੇ ਤੁਹਾਡੇ ਸਾਰਿਆਂ ਦੇ ਸਾਹਮਣੇ। ਮੁਕਾਬਲਾ ਦੋ ਧਿਰਾਂ ਦੇ ਵਿੱਚ ਹੈ, ਤੀਸਰਾ ਕੋਈ ਮੋਰਚਾ ਇਸ ਵਾਰ ਨਹੀਂ। ਕਿਉਂਕਿ ਭਾਰਤ ਦੇ ਵਿੱਚ ਆਪਾਂ ਦੇਖਿਆ ਜਦੋਂ HD ਦੇਵਗੌੜਾ ਸਾਹਿਬ ਪ੍ਰਧਾਨ ਮੰਤਰੀ ਬਣੇ ਸੀ, ਜਦੋਂ ਚੰਦਰ ਸ਼ੇਖਰ ਸਾਹਿਬ ਪ੍ਰਧਾਨ ਮੰਤਰੀ ਬਣੇ ਸੀ, ਜਾਂ ਜਦੋਂ VP ਸਿੰਘ ਹੋਰੀ ਪ੍ਰਧਾਨ ਮੰਤਰੀ ਬਣੇ ਸੀ, ਜਾਂ ਜਦੋਂ ਇੱਕ ਪਾਸੇ IK ਗੁਜਰਾਲ ਹੋਰਾਂ ਦੀ ਚਰਚਾ ਸੀ, ਉਹ ਸਾਰੇ ਤੀਸਰੇ ਮੋਰਚੇ ਦੇ ਬੰਦੇ ਸੀ ਤੇ ਇੱਕ ਵੱਡੀ ਸਿਆਸੀ ਧਿਰ ਦੀ ਹਮਾਇਤ ਲੈ ਕੇ ਭਾਰਤ ਦੇ ਵਿੱਚ ਆਪਣੀਆਂ ਸਰਕਾਰਾਂ ਬਣਾਉਂਦੇ ਤੇ ਚਲਾਉਂਦੇ ਰਹੇ। ਪਰ ਇਸ ਵਾਰ ਸਥਿਤੀ ਬਿਲਕੁਲ ਵੱਖਰੀ ਹੈ। ਕੋਈ ਤੀਸਰਾ ਮੋਰਚਾ ਨਹੀਂ। ਇਸ ਵਾਰ ਇੱਕ NDA ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ, ਜਿਹਦੀ ਪਿਛਲੇ 10 ਸਾਲਾਂ ਤੋਂ ਭਾਰਤ ਦੇ ਵਿੱਚ ਸਰਕਾਰ ਹੈ। ਭਾਰਤੀ ਜਨਤਾ ਪਾਰਟੀ NDA ਨੂੰ ਲੀਡ ਕਰ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਲੀਡ ਕਰ ਰਹੇ ਨੇ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ। ਤੇ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਇੰਡੀਆ ਗੱਠਜੋੜ ਦੇ ਨਾਲ ਹੈ। ਇੰਡੀਆ ਗੱਠਜੋੜ ਜਿਹੜਾ ਕੁਝ ਮਹੀਨੇ ਪਹਿਲਾਂ ਬਣਿਆ, ਇੰਡੀਆ ਗੱਠਜੋੜ ਜਿਹਨੂੰ ਲੀਡ ਸਿੱਧੇ ਤੌਰ ਦੇ ਉੱਤੇ ਕਾਂਗਰਸ ਪਾਰਟੀ ਕਰ ਰਹੀ ਹੈ, ਕਿਉਂਕਿ ਉਸ ਗੱਠਜੋੜ ਦੇ ਵਿੱਚ ਸਭ ਤੋਂ ਵੱਡੀ ਧਿਰ ਕਾਂਗਰਸ ਪਾਰਟੀ ਹੈ। ਜਿਹੜੇ ਲੋਕ ਭਾਰਤੀ ਜਨਤਾ ਪਾਰਟੀ ਦੇ ਨਾਲ ਸਹਿਮਤੀ ਰੱਖਦੇ ਆ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਹਮਾਇਤੀ ਹੈ, ਜਾਂ ਭਾਰਤੀ ਜਨਤਾ ਪਾਰਟੀ ਦੀ ਸੋਚ ਨੂੰ ਠੀਕ ਸਮਝਦੇ ਆ, ਜਾਂ ਜਿਨ੍ਹਾਂ ਲੋਕਾਂ ਨੂੰ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਕਾਰਜਕਾਲ ਦੇ ਕੰਮ ਪਸੰਦ ਆਉਂਦੇ ਆ, ਉਹ ਕਹਿੰਦੇ ਆ ਜੀ ਮੁਕਾਬਲਾ ਹੀ ਕੋਈ ਨਹੀਂ, ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰੀ ਫੇਰ ਸਰਕਾਰ ਬਣਾਉਣੀ ਹੈ, ਇੰਡੀਆ ਗੱਠਜੋੜ ਦੇ ਪੱਲੇ ਕੱਖ ਵੀ ਨਹੀਂ। ਪਰ ਜਿਹੜੇ ਲੋਕ BJP ਦੀ ਰਾਜਨੀਤੀ ਕਰਨ ਦੇ ਢੰਗ ਤਰੀਕੇ ਦੇ ਨਾਲ ਸਹਿਮਤ ਨਹੀਂ, ਜਿਹੜੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਕੰਮ ਢੰਗ ਦੇ ਨਾਲ ਅਸਹਿਮਤੀ ਰੱਖਦੇ ਆ, ਜਾਂ ਜਿਹੜੇ ਲੋਕ BJP ਦੀ ਵਿਚਾਰਧਾਰਾ ਨੂੰ ਪਸੰਦ ਨਹੀਂ ਕਰਦੇ, ਉਹ ਕਹਿੰਦੇ ਨਹੀਂ, ਜੇ ਕਾਂਗਰਸ ਪਾਰਟੀ ਇਕੱਲੀ ਹੁੰਦੀ ਮੁਕਾਬਲਾ ਨਹੀਂ ਸੀ ਹੋਣਾ। ਪਰ ਹੁਣ ਜਦੋਂ ਦਾ ਇੰਡੀਆ ਗੱਠਜੋੜ ਬਣ ਗਿਆ ਨਾ, ਹੁਣ ਮੁਕਾਬਲਾ ਹੋ ਸਕਦਾ ਹੈ। ਉਹ ਕਈ ਕੁਝ ਕਹਿੰਦੇ ਆ ਕਿ ਦੇਖੋ ਜੀ, ਕਰਨਾਟਕ ਦੇ ਵਿੱਚ ਕਾਂਗਰਸ ਨੇ ਸਰਕਾਰ ਬਣਾ ਲਈ, ਹਿਮਾਚਲ 'ਚ ਕਾਂਗਰਸ ਨੇ ਸਰਕਾਰ ਬਣਾ ਲਈ, ਤੇਲੰਗਾਨਾ 'ਚ ਕਾਂਗਰਸ ਨੇ ਸਰਕਾਰ ਬਣਾ ਲਈ। ਜਾਣੀ ਉਹ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਨਹੀਂ ਵੇਖਦੇ ਜਿੱਥੇ ਕਾਂਗਰਸ ਪਾਰਟੀ ਹਾਰੀ ਹੈ। ਉਹ ਦੇਖਦੇ ਆ ਕਿ ਜਿਨ੍ਹਾਂ ਸੂਬਿਆਂ ਦੇ ਵਿੱਚ ਕਾਂਗਰਸ ਨੇ ਸਰਕਾਰ ਬਣਾਈ। ਹੁਣ ਸਭ ਤੋਂ ਵੱਡਾ ਸਵਾਲ ਜਿਹੜੇ ਆਮ ਲੋਕ ਨੇ, ਜਿਹੜੇ ਨਾ ਤਾਂ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਨੇ, ਨਾ ਉਹ ਇੰਡੀਆ ਗੱਠਜੋੜ ਜਾਣੀ ਕਿ ਕਾਂਗਰਸ ਪਾਰਟੀ ਵਾਲੇ ਪਾਸੇ ਆ, ਉਹਨਾਂ ਦੇ ਮਨ ਦੇ ਵਿੱਚ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਸੱਚੀ ਮੁੱਚੀ ਭਾਰਤੀ ਜਨਤਾ ਪਾਰਟੀ ਨੂੰ ਇੰਡੀਆ ਗੱਠਜੋੜ ਮੁਕਾਬਲਾ ਦੇ ਸਕੇਗਾ? ਕਿ ਰਾਮ ਮੰਦਿਰ ਦੇ ਉਦਘਾਟਨ ਤੋਂ ਬਾਅਦ, ਕਸ਼ਮੀਰ ਦੀ ਧਾਰਾ 370 ਵਾਲੇ ਮਸਲੇ ਤੋਂ ਬਾਅਦ, ਜਾਂ ਹੋਰ ਬਹੁਤ ਸਾਰੇ ਮੁੱਦੇ ਨੇ, ਜਾਂ ਉਹਨਾਂ ਸਾਰੇ ਮੁੱਦਿਆਂ ਤੋਂ ਬਾਅਦ ਕੀ ਭਾਰਤੀ ਜਨਤਾ ਪਾਰਟੀ ਲਗਾਤਾਰ ਤੀਸਰੀ ਵਾਰੀ ਦੇਸ਼ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹੇਗੀ? ਕਿਉਂਕਿ 1980-82 ਦੀਆਂ ਗੱਲਾਂ ਨੇ, ਜਦੋਂ ਭਾਰਤੀ ਜਨਤਾ ਪਾਰਟੀ ਹੋਂਦ ਦੇ ਵਿੱਚ ਆਈ ਹੈ, ਜਨਸੰਘ ਤੋਂ BJP ਦਾ ਸਫ਼ਰ ਤੈਅ ਕੀਤਾ ਹੈ। ਪਹਿਲੀ ਵਾਰ 2 ਲੋਕ ਸਭਾ ਦੀਆਂ ਸੀਟਾਂ ਮਿਲੀਆਂ ਸੀ, ਅਗਲੀ ਵਾਰ 80 ਤੇ ਪਹੁੰਚ ਗਏ, ਅਗਲੀ ਵਾਰ 120 ਦੇ ਨੇੜੇ ਚਲੇ ਗਏ, ਫਿਰ 160 ਟੱਪ ਗਏ, ਫਿਰ 200 ਟੱਪ ਗਏ, ਉਹਦੇ ਤੋਂ ਬਾਅਦ ਪੂਰਨ ਬਹੁਮਤ ਲੈ ਲਿਆ, ਤੇ ਪਿਛਲੀ ਵਾਰ ਤਾਂ 300 ਦੇ ਕਰੀਬ ਚਲੇ ਗਏ ਭਾਰਤੀ ਜਨਤਾ ਪਾਰਟੀ ਵਾਲੇ। ਐਤਕੀ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ 370 ਸੀਟਾਂ BJP ਦੀਆਂ ਆਉਣਗੀਆਂ ਤੇ ਭਾਈਵਾਲਾਂ ਦੀਆਂ ਮਿਲਾ ਕੇ 400 ਤੋਂ ਟੱਪ ਜਾਣੀਆਂ। ਦੂਸਰੇ ਪਾਸੇ ਇੰਡੀਆ ਗੱਠਜੋੜ ਵਾਲੇ, ਭਾਵ ਜਿਹੜੇ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ, ਖੱਬੇ ਪੱਖੀ ਧਿਰਾਂ, ਸ਼ਿਵ ਸੈਨਾ ਵਾਲੇ, ਰਾਸ਼ਟਰਵਾਦੀ ਕਾਂਗਰਸ ਪਾਰਟੀ ਵਾਲੇ, ਉਮਰ ਅਬਦੁੱਲੇ ਦਾ ਬਾਪੂ, ਬੀਬੀ ਮਹਿਬੂਬਾ ਮੁਫਤੀ, ਇਹ ਸਾਰੀਆਂ ਧਿਰਾਂ ਕਹਿੰਦੀਆਂ ਕਿ ਨਾ ਗੱਲਾਂ ਹੀ ਨੇ। ਜਦੋਂ ਦੇ ਅਸੀਂ ਇਕੱਠੇ ਹੋਏ ਆ ਨਾ BJP ਦੇ ਵਿਰੋਧ ਦੇ ਵਿੱਚ, ਉਹਦੇ ਤੋਂ ਬਾਅਦ ਤਾਂ ਲੋਕਾਂ ਦਾ ਰਿਸਪੌਂਸ ਹੀ ਬੜਾ ਹੈ, ਉਹਦੇ ਤੋਂ ਬਾਅਦ ਤਾਂ ਲੋਕਾਂ ਨੇ ਸਾਨੂੰ ਹਮਾਇਤ ਹੀ ਬੜੀ ਦਿੱਤੀ ਹੈ, ਅਸੀਂ ਐਤਕੀ ਭਾਰਤੀ ਜਨਤਾ ਪਾਰਟੀ ਸਿੱਟ ਲੈਣੀ ਹੈ। ਪਰ ਉਹ ਸਿਆਸੀ ਧਿਰਾਂ ਨੇ, ਉਹਨਾਂ ਦੇ ਆਪੋ ਆਪਣੇ ਦਾਅਵੇ ਨੇ। ਲੋਕਾਂ ਦੀ ਦਿਲਚਸਪੀ ਬਹੁਤ ਹੈ ਕਿ ਅਪ੍ਰੈਲ ਮਈ ਦੇ ਵਿੱਚ ਸੰਭਾਵੀ ਚੋਣਾਂ ਜਦੋਂ ਹੋਣੀਆਂ, ਮਈ ਦੇ ਵਿੱਚ ਜਦੋਂ ਨਤੀਜੇ ਆਉਣੇ ਆ, ਤਾਂ ਨਤੀਜਿਆਂ ਦਾ ਗਣਿਤ ਕੀ ਕਹੂਗਾ? ਕਿ BJP ਜਿੱਤੇਗੀ? ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਸਿਰ ਇੱਕ ਵਾਰੀ ਫਿਰ ਤਾਜ ਸਜੇਗਾ? ਜਾਂ ਫਿਰ ਇੰਡੀਆ ਗੱਠਜੋੜ ਭਾਰਤੀ ਜਨਤਾ ਪਾਰਟੀ ਨੂੰ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਢਾਉਣ ਦੇ ਵਿੱਚ ਕਾਮਯਾਬ ਰਹੇਗਾ? ਹੁਣ ਆਪਾਂ ਪ੍ਰੈਕਟੀਕਲੀ ਦੇਖਦੇ ਹਾਂ ਕਿ ਅਸਲ ਦੇ ਵਿੱਚ ਸਥਿਤੀ ਕੀ ਹੈ। ਅੰਦਾਜ਼ੇ ਵੱਖਰੀ ਗੱਲ ਹੈ, ਸਹਿਮਤੀ ਇੱਕ ਵੱਖਰੀ ਗੱਲ ਹੈ, ਪਰ ਪਿਛਲੇ
ਡੇਢ ਮਹੀਨੇ ਦੇ ਵਿੱਚ ਜੋ ਕੁਝ ਇਸ ਵੇਲੇ ਤੱਕ ਘਟਿਆ ਵਾਪਰਿਆ, ਉਹਦੇ ਤੋਂ ਆਪਾਂ ਹਿਸਾਬ ਲਾਵਾਂਗੇ ਕਿ ਕੀ ਭਾਰਤੀ ਜਨਤਾ ਪਾਰਟੀ ਸੱਚੀ ਮੁੱਚੀ ਮਜ਼ਬੂਤ ਹੋ ਰਹੀ ਹੈ, ਜਾਂ ਛੋਟੀਆਂ-ਛੋਟੀਆਂ ਪਾਰਟੀਆਂ ਨੂੰ ਆਪਣੇ ਨਾਲ ਰਲਾਉਣ ਦੀ ਪ੍ਰਕਿਰਿਆ ਦੱਸਦੀ ਹੈ ਕਿ ਬੀਜੇਪੀ ਕਿਤੇ ਨਾ ਕਿਤੇ ਅਜੇ ਵੀ ਅੰਦਰੋਂ ਥੋੜ੍ਹਾ ਜਿਹਾ ਕਾਂਬਾ ਮਹਿਸੂਸ ਕਰ ਰਹੀ ਹੈ। ਕਿ ਇੰਡੀਆ ਗੱਠਜੋੜ ਜਿਸ ਜਲਾਉ ਦੇ ਨਾਲ ਬਣਿਆ ਸੀ, ਉਸ ਜਲਾਉ ਨੂੰ ਅਜੇ ਤੱਕ ਕਾਇਮ ਵੀ ਰੱਖ ਸਕਿਆ ਕਿ ਨਹੀਂ ਰੱਖ ਸਕਿਆ, ਇਹ ਸਾਰੇ ਸਵਾਲ ਨੇ। ਆਪਾਂ ਸੂਬਾ ਦਰ ਸੂਬਾ ਚੱਲਦੇ ਹਾਂ, ਤੇ ਸੂਬਾ ਦਰ ਸੂਬਾ ਚੱਲਣ ਤੋਂ ਇੱਕ ਗੱਲ ਤਾਂ ਕਲੀਅਰ ਹੁੰਦੀ ਹੈ ਕਿ ਬੀਜੇਪੀ ਨੇ ਕਿਤੇ ਨਾ ਕਿਤੇ ਇੰਡੀਆ ਗੱਠਜੋੜ ਨੂੰ ਕਮਜ਼ੋਰ ਕੀਤਾ। ਬਾਕੀ ਵੋਟਰਾਂ ਨੇ ਪਾਉਣੀਆਂ। ਆਪਾਂ ਸ਼ੁਰੂਆਤ ਬਿਹਾਰ ਤੋਂ ਕਰਦੇ ਹਾਂ। ਜਦੋਂ ਇੰਡੀਆ ਗੱਠਜੋੜ ਬਣਿਆ, ਬਿਹਾਰ ਦੇ ਵਿੱਚ 40 ਲੋਕ ਸਭਾ ਦੀਆਂ ਸੀਟਾਂ ਨੇ, ਤੀਸਰੇ ਚੌਥੇ ਨੰਬਰ ਦੇ ਉੱਤੇ ਭਾਰਤ ਦਾ ਸੂਬਾ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਦੇ ਪੱਖ ਤੋਂ। ਹੁਣ 40 ਲੋਕ ਸਭਾ ਦੀਆਂ ਸੀਟਾਂ, ਤੇ ਜਦੋਂ ਇੰਡੀਆ ਗੱਠਜੋੜ ਬਣਿਆ ਸੀ ਤਾਂ ਉਦੋਂ ਮੁੱਖ ਮੰਤਰੀ ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ ਦੀ ਰਾਸ਼ਟਰੀ ਜਨਤਾ ਦਲ, ਕਾਂਗਰਸ ਪਾਰਟੀ ਤੇ ਕੁਝ ਹੱਦ ਤੱਕ ਖੱਬੇ ਪੱਖੀ ਧਿਰਾਂ, ਇਹ ਚਾਰ ਬਿਹਾਰ ਦੀਆਂ ਵੱਡੀਆਂ ਸਿਆਸੀ ਧਿਰਾਂ ਇਕੱਠੀਆਂ ਸੀ ਤੇ ਭਾਰਤੀ ਜਨਤਾ ਪਾਰਟੀ ਨੂੰ ਬਿਹਾਰ ਦੇ ਵਿੱਚ ਪੂਰੀ ਟੱਕਰ ਦੇ ਕੇ ਕੁਝ ਸੀਟਾਂ ਵੱਧ ਲਿਜਾਣ ਦੀ ਸਮਰੱਥਾ ਰੱਖਦੀਆਂ ਸੀ। ਤੇ ਬੀਜੇਪੀ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸਾਨੂੰ ਬਿਹਾਰ ਦੇ ਵਿੱਚ ਐਤਕੀ ਬਹੁਤੀਆਂ ਸੀਟਾਂ ਨਹੀਂ ਮਿਲਣੀਆਂ, ਕਿਉਂਕਿ ਪਿਛਲੀ ਵਾਰ ਐਨਡੀਏ ਗੱਠਜੋੜ ਨੇ 40 ਦੇ ਵਿੱਚੋਂ ਸਿਰਫ ਇੱਕ ਸੀਟ ਹਾਰੀ ਸੀ ਤੇ 39 ਸੀਟਾਂ ਜਿੱਤ ਲਈਆਂ ਸੀ। ਇਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਬਿਹਾਰ ਦੇ ਵਿੱਚ ਆਪਣੀ ਰਣਨੀਤੀ ਬਦਲੀ। ਮੁੱਖ ਮੰਤਰੀ ਨਿਤਿਸ਼ ਕੁਮਾਰ, ਜਿਹੜੇ ਕਿ ਜਨਤਾ ਦਲ ਯੂਨਾਈਟਿਡ ਦੇ ਪ੍ਰਧਾਨ ਵੀ ਨੇ, ਉਹਨਾਂ ਦੇ ਨਾਲ ਸਾਂਝ ਪਕਾਈ, ਉਹਨਾਂ ਨੂੰ ਆਪਣੇ ਧਿਰ ਦੇ ਵਿੱਚ ਸ਼ਾਮਲ ਕਰ ਲਿਆ। ਤੇ ਜਦੋਂ ਬਿਹਾਰ ਦੇ ਵਿੱਚ ਮੁੱਖ ਮੰਤਰੀ ਵੀ ਬੀਜੇਪੀ ਦੀ ਸਹਿਯੋਗੀ ਪਾਰਟੀ ਦੇ, ਤੇ ਉਹਨਾਂ ਨੇ ਇੱਕ ਧਿਰ ਵੀ ਉਧਰਲੇ ਪਾਸੇ ਪੱਟ ਕੇ ਲੈ ਆਂਦੀ, ਤੇ ਫਿਰ ਆਪਣੇ ਆਪ ਹੀ ਹਿਸਾਬ ਕਿਤਾਬ ਲਾ ਲਓ ਕਿ ਘੱਟੋ ਘੱਟ ਹੁਣ ਭਾਰਤੀ ਜਨਤਾ ਪਾਰਟੀ ਬਰਾਬਰ ਦੀ ਟੱਕਰ ਦੇ ਵਿੱਚ ਹੈ। ਵਿਰੋਧੀ ਧਿਰਾਂ ਸੋਚਦੀਆਂ ਸੀ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਇੱਕ ਕੈਂਡੀਡੇਟ ਦੇਣਾ, ਕਿ ਬੀਜੇਪੀ ਇੱਕ ਹੈ, ਉਹਦੇ ਮੁਕਾਬਲੇ ਸਾਂਝਾ ਕੈਂਡੀਡੇਟ ਦੇਵਾਂਗੇ। ਪਰ ਤੁਸੀਂ ਦੇਖੋ ਬਿਹਾਰ ਦੇ ਵਿੱਚ ਬੀਜੇਪੀ ਨੇ ਆਪਣੀ ਸਿਆਸੀ ਕਮਜ਼ੋਰੀ ਨੂੰ, ਸਿਆਸੀ ਖੁਸ਼ਕੀ ਨੂੰ ਦੂਰ ਕਰਨ ਦੇ ਲਈ ਇਸ ਲਈ ਜੋ ਜੋੜ ਤੋੜ ਕੀਤਾ, ਉਹਦੇ ਤੋਂ ਬਾਅਦ ਬੀਜੇਪੀ ਦੇ ਵਿਰੋਧ 'ਚ ਕੌਣ ਰਹਿ ਗਿਆ? ਲਾਲੂ ਪ੍ਰਸਾਦ ਯਾਦਵ ਤੇ ਉਹਦਾ ਪੁੱਤ ਤੇਜਸਵੀ ਯਾਦਵ, ਜਿਹੜੇ ਕਿ ਰਾਸ਼ਟਰੀ ਜਨਤਾ ਦਲ ਦੇ ਨੇ। ਸਭ ਤੋਂ ਵੱਧ ਐਮਐਲਏ ਬਿਹਾਰ ਦੇ ਵਿੱਚ ਉਹਨਾਂ ਦੇ ਆ 79। ਦੂਸਰੇ ਨੰਬਰ ਤੇ ਕਾਂਗਰਸ ਪਾਰਟੀ ਬਿਹਾਰ ਦੇ ਵਿੱਚ ਇੰਡੀਆ ਗੱਠਜੋੜ ਦੇ ਨਾਲ ਹੈ। ਖੱਬੇ ਪੱਖੀ ਧਿਰਾਂ ਇੰਡੀਆ ਗੱਠਜੋੜ ਦੇ ਨਾਲ ਨੇ। ਓਵੈਸੀ ਸਾਹਿਬ ਦੀ ਧਿਰ ਇੰਡੀਆ ਗੱਠਜੋੜ ਦੇ ਨਾਲ ਹੈ, ਯਾਨੀ ਕਿ ਕੁੱਲ 4 ਧਿਰਾਂ, ਰਾਸ਼ਟਰੀ ਜਨਤਾ ਦਲ, ਕਾਂਗਰਸ, ਖੱਬੇ ਪੱਖੀ ਤੇ ਓਵੈਸੀ ਸਾਹਿਬ ਦੀ ਧਿਰ, ਇਹ 4 ਧਿਰਾਂ ਬੀਜੇਪੀ ਦੇ ਵਿਰੋਧ 'ਚ ਨੇ। ਪਰ ਬੀਜੇਪੀ ਨੇ ਕੀ ਕੀਤਾ? ਬੀਜੇਪੀ ਨੇ ਉੱਥੇ ਆਪਣੀ ਕਮਜ਼ੋਰੀ ਦੂਰ ਕਰਨ ਦੇ ਲਈ ਨਿਤਿਸ਼ ਕੁਮਾਰ ਦੇ ਜਨਤਾ ਦਲ ਯੂਨਾਈਟਿਡ ਨੂੰ ਨਾਲ ਜੋੜਿਆ, ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਨੂੰ ਨਾਲ ਜੋੜਿਆ, ਜੀਤਨ ਰਾਮ ਮਾਂਝੀ ਦੀ ਹਮ ਪਾਰਟੀ ਨੂੰ ਨਾਲ ਜੋੜਿਆ, ਤੇ ਚੌਥੀ ਧਿਰ ਹੈ ਭਾਰਤੀ ਜਨਤਾ ਪਾਰਟੀ। ਯਾਨੀ ਕਿ ਬਿਹਾਰ ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਨੇ ਦੇਖਿਆ ਸੀ ਕਿ 40 ਲੋਕ ਸਭਾ ਦੀਆਂ ਸੀਟਾਂ, ਤੇ ਜੇ ਨਿਤਿਸ਼ ਕੁਮਾਰ ਸਾਡੇ ਨਾਲ ਨਾ ਆਇਆ ਤੇ ਅਸੀਂ ਕਮਜ਼ੋਰ ਰਹਿ ਜਾਾਂਗੇ। ਇਹ ਨਾ ਹੋਵੇ ਕਿ 25-30 ਸੀਟਾਂ ਹਾਰ ਜਾਈਏ, ਤੇ ਉਹ 25-30 ਸੀਟਾਂ ਇੱਕ ਬਹੁਤ ਵੱਡਾ ਭਾਰ ਬਣ ਸਕਦੀਆਂ ਸੀ ਭਾਰਤੀ ਜਨਤਾ ਪਾਰਟੀ ਲਈ। ਇਸ ਕਰਕੇ ਥੋੜ੍ਹੀਆਂ ਵਿਧਾਨ ਸਭਾ ਸੀਟਾਂ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਨਿਤਿਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਉਣਾ ਮੰਨਿਆ, ਤੇ ਇੰਡੀਆ ਗੱਠਜੋੜ ਦੀ ਤਾਕਤ ਨੂੰ ਬਿਹਾਰ ਦੇ ਵਿੱਚ ਕਮਜ਼ੋਰ ਕਰ ਦਿੱਤਾ। ਹੁਣ ਉੱਥੇ ਜੇ ਲਾਲੂ ਪ੍ਰਸਾਦ ਯਾਦਵ ਦਾ ਪੁੱਤ ਵੀ ਦੇਖਦਾ ਫਿਰਦਾ ਕਿ ਹੋਊਗਾ ਕੀ। ਹੋਰ ਦੇਖੋ, ਜਿਸ ਦਿਨ ਨਿਤਿਸ਼ ਕੁਮਾਰ ਨੇ ਦੁਬਾਰਾ ਮੁੱਖ ਮੰਤਰੀ ਬੀਜੇਪੀ ਦੀ ਸਪੋਰਟ ਨਾਲ ਬਣ ਕੇ ਬਹੁਮਤ ਹਾਸਲ ਕਰਨਾ ਸੀ, ਰਾਸ਼ਟਰੀ ਜਨਤਾ ਦਲ ਜਾਣੀ ਕਿ ਲਾਲੂ ਪ੍ਰਸਾਦ ਯਾਦਵ ਦੀ 3 ਪਾਰਟੀ ਦੇ ਐਮਐਲਏ ਵੀ ਉਹਨੂੰ ਵੋਟਾਂ ਪਾ ਗਏ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਅਜੇ ਵੀ ਦੂਸਰੀਆਂ ਪਾਰਟੀਆਂ ਦੇ ਵਿੱਚ ਭੰਨ-ਤੋੜ ਕਰਨ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਇਹ ਇੰਡੀਆ ਗੱਠਜੋੜ ਨੂੰ ਸਿਆਸੀ ਤੌਰ ਦੇ ਉੱਤੇ ਬੀਜੇਪੀ ਦੁਆਰਾ ਮਾਰੀ ਗਈ ਪਹਿਲੀ ਸੱਟ ਸੀ, ਤੇ ਜਦੋਂ ਪਹਿਲੀ ਸੱਟ ਤੋਂ ਹੁਣ ਉੱਭਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਫਿਰ ਦੇਖਦੇ ਹਾਂ। ਦੂਸਰਾ, ਬਿਹਾਰ ਦੇ ਨਾਲ ਆਉਂਦਾ ਝਾਰਖੰਡ। ਹੁਣ ਝਾਰਖੰਡ ਦੇ ਵਿੱਚ ਜਿਸ ਤਰੀਕੇ ਉੱਥੋਂ ਦੇ ਮੁੱਖ ਮੰਤਰੀ ਹਿਮੰਤ ਸੋਰੇਨ ਨੂੰ ਸਾਬਕਾ ਮੁੱਖ ਮੰਤਰੀ ਕੀਤਾ ਗਿਆ, ਸੱਟ ਵੱਜੀ ਹੈ। ਹਾਲਾਂਕਿ ਉੱਥੇ ਝਾਰਖੰਡ ਮੁਕਤੀ ਮੋਰਚਾ ਟੁੱਟਿਆ ਨਹੀਂ, ਹਾਲਾਂਕਿ ਉੱਥੇ ਕਾਂਗਰਸ ਪਾਰਟੀ ਤੇ ਰਾਸ਼ਟਰੀ ਜਨਤਾ ਦਲ ਝਾਰਖੰਡ ਮੁਕਤੀ ਮੋਰਚਾ ਦੇ ਨਾਲ ਖਲੋਤੇ ਹੈ। ਪਰ ਇਹਦੇ ਬਾਵਜੂਦ ਵੀ ਜਦੋਂ ਅਗਲੇ ਸਾਬਕਾ ਮੁੱਖ ਮੰਤਰੀ ਨੂੰ ਈਡੀ ਵਾਲੇ ਚੱਕ ਕੇ ਲੈ ਗਏ, ਜਦੋਂ 3-4 ਵਿਧਾਇਕ ਇਹਨਾਂ ਦੇ ਪਿਲਪਲੇ ਜਿਹੇ ਨਜ਼ਰ ਆਏ, ਇਹਦਾ ਮਤਲਬ ਹੈ ਕਿ ਝਾਰਖੰਡ ਦੀਆਂ 14 ਲੋਕ ਸਭਾ ਸੀਟਾਂ ਦੇ ਉੱਤੇ ਵੀ ਭਾਰਤੀ ਜਨਤਾ ਪਾਰਟੀ ਨੇ ਕੁਝ ਹੱਦ ਤੱਕ ਆਪਣਾ ਦਾਅਵਾ ਮਜ਼ਬੂਤ ਕੀਤਾ ਹੈ। ਕਿਉਂਕਿ ਜਦੋਂ ਅਗਲਿਆਂ ਨੇ ਮੁੱਖ ਮੰਤਰੀ ਸਮੇਂ ਦਾ ਚੱਕ ਲਿਆ, ਉਹਨੇ ਅਸਤੀਫਾ ਤਾਂ ਬਾਅਦ ਵਿੱਚ ਦਿੱਤਾ, ਤਾਂ ਕਿੰਨੇ ਮੰਤਰੀ ਡਰੇ ਹੋਣਗੇ, ਕਿੰਨੇ ਐਮਐਲਏ ਡਰੇ ਹੋਣਗੇ। ਤੇ ਜੇ ਤੁਸੀਂ ਦੇਖੋ, ਇੱਕ ਵਾਰੀ ਝਾਰਖੰਡ ਦੇ ਕੁਝ ਇੱਕ ਐਮਐਲਏ ਪੱਛਮੀ ਬੰਗਾਲ ਦੇ ਵਿੱਚ ਫੜ ਹੋਏ ਸੀ, ਉਹਨਾਂ ਦੀ ਕਾਰ ਦੇ ਵਿੱਚੋਂ ਚੰਗੇ ਨੋਟ ਨਿਕਲੇ ਸੀ। ਇੱਕ ਵਾਰੀ ਮਹਾਰਾਸ਼ਟਰ ਦੇ ਕੁਝ ਇੱਕ ਬੰਦਿਆਂ ਦੇ ਬਾਰੇ ਚਰਚਾ ਸੀ ਕਿ ਉਹ ਝਾਰਖੰਡ ਦੇ ਵਿੱਚ ਆਏ ਨੇ, ਤੇ ਝਾਰਖੰਡ ਦੇ ਵਿੱਚ ਆ ਕੇ ਕੁਝ ਇੱਕ ਵਿਧਾਇਕਾਂ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ।
ਇਹਦਾ ਮਤਲਬ ਹੈ ਕਿ ਜੇ ਬਿਹਾਰ ਦੇ ਵਿੱਚ ਇੰਡੀਆ ਗੱਠਜੋੜ ਨੂੰ ਜਾਣੀ ਕਿ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਨੂੰ ਨਿਤਿਸ਼ ਕੁਮਾਰ ਦੇ ਰਾਹੀਂ ਤੋੜ ਕੇ ਵੱਡੀ ਸੱਟ ਮਾਰੀ ਗਈ ਹੈ ਤੇ ਅਗਲਿਆਂ ਨੇ ਕੋਸ਼ਿਸ਼ ਝਾਰਖੰਡ ਦੇ ਵਿੱਚ ਵੀ ਪੂਰੀ ਕੀਤੀ ਹੈ। ਅਜੇ ਆਪਾਂ ਬਾਕੀ ਸੂਬਿਆਂ ਦੇ ਵੱਲ ਇੱਕ ਇੱਕ ਕਰਕੇ ਆਉਣਾ ਹੈ, ਪਰ ਇਹ ਪਿਛਲੇ 1.5 ਮਹੀਨੇ ਦੇ ਵਿੱਚ ਇੰਡੀਆ ਗੱਠਜੋੜ ਨੂੰ ਰੋਲਣ ਦਾ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਯਤਨ ਸੀ, ਜਿਹਦੇ ਵਿੱਚ ਉਹ ਕੁਝ ਹੱਦ ਤੱਕ ਸਫਲ ਹੋਏ ਆ। ਹਾਂ, ਬਿਹਾਰ ਦੇ ਲੋਕ ਇਸ ਜੋੜ ਤੋੜ ਦੀ ਰਾਜਨੀਤੀ ਨੂੰ ਕਿਵੇਂ ਲੈਂਦੇ ਆ, ਬਿਹਾਰ ਦੇ ਲੋਕ ਨਿਤਿਸ਼ ਕੁਮਾਰ ਦੀ ਇੱਕ ਵਾਰ ਫਿਰ ਮਾਰੀ ਗਈ ਪਲਟੀ ਨੂੰ ਕਿਵੇਂ ਲੈਂਦੇ ਆ, ਲੋਕ ਸਭਾ ਦੀਆਂ 40 ਸੀਟਾਂ ਦੇ ਵਿੱਚੋਂ ਕਿੰਨੀਆਂ ਉਹ ਭਾਰਤੀ ਜਨਤਾ ਪਾਰਟੀ ਤੇ ਸਾਥੀਆਂ ਨੂੰ ਦਿੰਦੇ ਆ ਤੇ ਕਿੰਨੀਆਂ ਲਾਲੂ ਪ੍ਰਸਾਦ ਯਾਦਵ ਤੇ ਉਹਨਾਂ ਦੇ ਸਾਥੀਆਂ ਨੂੰ ਦਿੰਦੇ ਆ, ਇਹ ਗੱਲ ਵੇਖਣ ਵਾਲੀ ਹੋਏਗੀ। ਅਗਲੇ 5 ਸਾਲ ਭਾਰਤ ਦੇ ਵਿੱਚ ਸੱਤਾ ਦੀ ਚਾਬੀ ਕਿਹਦੇ ਕੋਲੇ ਰਹੇਗੀ, ਆਪਾਂ ਉਹਦਾ ਜ਼ਮੀਨੀ ਪੱਧਰ ਦੇ ਉੱਤੇ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹਾਲਾਤ ਕਿੱਥੇ ਨੇ, ਚੰਗਾ ਕੌਣ ਲੱਗਦਾ ਨਹੀਂ ਲੱਗਦਾ ਉਹ ਇੱਕ ਵੱਖਰੀ ਗੱਲ ਹੈ। ਹੁਣ ਉਹਨੇ ਉੱਤਰ ਪ੍ਰਦੇਸ਼ ਦੀਆਂ ਕੁੱਲ ਲੋਕ ਸਭਾ ਸੀਟਾਂ ਨੇ 80। ਦੇਸ਼ ਦੇ ਵਿੱਚ ਸਭ ਤੋਂ ਵੱਧ ਲੋਕ ਸਭਾ ਦੀਆਂ ਸੀਟਾਂ ਵਾਲਾ ਸੂਬਾ ਉੱਤਰ ਪ੍ਰਦੇਸ਼, ਉਹ ਸੂਬਾ ਉੱਤਰ ਪ੍ਰਦੇਸ਼ ਜਿੱਥੇ ਰਾਮ ਮੰਦਿਰ ਦਾ ਉਦਘਾਟਨ ਹੋਇਆ, ਉਹ ਸੂਬਾ ਉੱਤਰ ਪ੍ਰਦੇਸ਼ ਜਿਸ ਦੀਆਂ 80 ਲੋਕ ਸਭਾ ਸੀਟਾਂ ਦੇ ਵਿੱਚੋਂ ਇੱਕ ਲੋਕ ਸਭਾ ਸੀਟ ਤੋਂ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਚੋਣ ਲੜਦੇ ਆ, ਜਿੱਤਦੇ ਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਆ। ਉਹ ਸੂਬਾ ਉੱਤਰ ਪ੍ਰਦੇਸ਼ ਜਿਹਦੇ ਪੱਛਮੀ ਹਿੱਸੇ ਦੇ ਵਿੱਚ ਕਿਸਾਨ ਤੇ ਜਾਟ ਭਾਈਚਾਰੇ ਦਾ ਵੀ ਕਾਫੀ ਹੱਦ ਤੱਕ ਪ੍ਰਭਾਵ ਹੈ। ਉਹ ਸੂਬਾ ਉੱਤਰ ਪ੍ਰਦੇਸ਼ ਜਿਸ ਸੂਬੇ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੀ ਕਈ ਵਾਰ ਸਰਕਾਰ ਬਣਾ ਚੁੱਕੀ ਹੈ ਤੇ ਸਮਾਜਵਾਦੀ ਪਾਰਟੀ ਨੂੰ ਵੀ ਲੋਕਾਂ ਨੇ ਮੌਕਾ ਕਈ ਵਾਰ ਦਿੱਤਾ ਹੈ ਤੇ ਅੱਜ ਕੱਲ੍ਹ ਉੱਥੇ ਯੋਗੀ ਆਦਿੱਤਿਆਨਾਥ ਮੁੱਖ ਮੰਤਰੀ ਬਣੇ ਹੋਏ ਨੇ ਭਾਰਤੀ ਜਨਤਾ ਪਾਰਟੀ ਵੱਲੋਂ। 80 ਲੋਕ ਸਭਾ ਦੀਆਂ ਸੀਟਾਂ, ਪਿਛਲੀ ਵਾਰ 70 ਤੋਂ ਉੱਪਰ ਸੀਟਾਂ ਬੀਜੇਪੀ ਲੈ ਗਈ ਸੀ, ਪ੍ਰਚੰਡ ਬਹੁਮਤ ਲੋਕ ਸਭਾ ਚੋਣਾਂ 'ਚ ਮਿਲਿਆ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਭਾਰਤੀ ਜਨਤਾ ਪਾਰਟੀ ਆਪਣੀ ਪਿਛਲੇ ਸਾਲ ਦੀ ਜਾਂ ਪਿਛਲੀ ਵਾਰ ਦੀ ਕਾਰਗੁਜ਼ਾਰੀ ਨੂੰ ਬਰਕਰਾਰ ਰੱਖ ਸਕੇਗੀ? ਕੀ ਸਮਾਜਵਾਦੀ ਪਾਰਟੀ, ਕਾਂਗਰਸ ਆਪਣੇ ਪ੍ਰਦਰਸ਼ਨ ਦੇ ਵਿੱਚ ਕੁਝ ਹੱਦ ਤੱਕ ਸੁਧਾਰ ਕਰ ਸਕਣਗੀਆਂ? ਕਿਉਂਕਿ ਜਿਹਨੇ ਉੱਤਰ ਪ੍ਰਦੇਸ਼ ਜਿੱਤ ਲਿਆ, ਮੰਨਿਆ ਜਾਂਦਾ ਕਿ ਸਰਕਾਰ ਭਾਰਤ ਦੇ ਵਿੱਚ ਉਹਦੀ ਬਣੇਗੀ। ਹੁਣ ਇੱਥੇ ਕੀ ਹੋਇਆ? ਇੰਡੀਆ ਗੱਠਜੋੜ ਜਾਣੀ ਕਿ ਕਾਂਗਰਸ ਦੀ ਅਗਵਾਈ ਵਾਲਾ ਗੱਠਜੋੜ, ਜਿਹਦੇ ਵਿੱਚ ਕਿਸੇ ਵੇਲੇ ਮਮਤਾ ਬੈਨਰਜੀ, ਨਿਤਿਸ਼ ਕੁਮਾਰ, ਸ਼ਰਦ ਪਵਾਰ, ਉਧਵ ਠਾਕਰੇ, ਉਮਰ ਅਬਦੁੱਲਾ, ਮਹਿਬੂਬਾ ਮੁਫਤੀ, ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ, ਸਟਾਲਿਨ ਸਾਹਿਬ, ਇਹ ਸਾਰੇ ਲੀਡਰ ਇਕੱਠੇ ਸੀ ਤੇ ਇਹਨਾਂ ਚੋਂ ਬਹੁਤੇ ਅੱਜ ਵੀ ਇਕੱਠੇ ਨੇ। ਉਹਨਾਂ ਸਾਰੇ ਲੀਡਰਾਂ ਦੀ ਰਾਏ ਸੀ ਕਿ ਆਪਾਂ ਵਿਰੋਧੀ ਧਿਰਾਂ ਦਾ ਇੱਕ ਬੰਦਾ ਖੜਾ ਕਰਨਾ ਬੀਜੇਪੀ ਦੇ ਖਿਲਾਫ, ਵੋਟਾਂ ਨਹੀਂ ਵੰਡ ਹੋਣੀਆਂ ਚਾਹੀਦੀਆਂ। ਉੱਤਰ ਪ੍ਰਦੇਸ਼ ਦੇ ਵਿੱਚ ਇੰਡੀਆ ਗੱਠਜੋੜ ਨੂੰ ਪਹਿਲਾ ਝਟਕਾ ਤਾਂ ਉਦੋਂ ਹੀ ਲੱਗ ਗਿਆ ਸੀ ਜਦੋਂ ਬਹੁਜਨ ਸਮਾਜ ਪਾਰਟੀ ਨੇ, ਜਾਣੀ ਕਿ ਬੀਬੀ ਮਾਇਆਵਤੀ ਦੀ ਅਗਵਾਈ ਵਾਲੀ ਪਾਰਟੀ ਨੇ ਮਨਾ ਹੀ ਕਰ ਦਿੱਤਾ ਸੀ। ਉਹ ਕਹਿੰਦੇ ਨਾ, ਅਸੀਂ ਇੰਡੀਆ ਗੱਠਜੋੜ ਦਾ ਹਿੱਸਾ ਨਹੀਂ ਬਣਨਾ, ਨਾ ਅਸੀਂ ਤੁਹਾਡੇ ਨਾਲ, ਨਾ ਅਸੀਂ ਬੀਜੇਪੀ ਦੇ ਨਾਲ, ਅਸੀਂ ਤਾਂ 80 ਦੀਆਂ 80 ਲੋਕ ਸਭਾ ਸੀਟਾਂ ਦੇ ਉੱਤੇ ਆਪਣੇ ਬੰਦੇ ਖੜੇ ਕਰਾਂਗੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬੀਐਸਪੀ ਨੂੰ ਉੱਤਰ ਪ੍ਰਦੇਸ਼ ਦੇ ਵਿੱਚੋਂ ਕੋਈ ਸੀਟ ਨਹੀਂ ਸੀ ਮਿਲੀ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਪ੍ਰਭਾਵਹੀਣ ਹੈ। ਕੋਈ ਸੀਟ ਨਾ ਵੀ ਜਿੱਤ ਕੇ ਬਹੁਤ ਸਾਰੀਆਂ ਸੀਟਾਂ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਇੰਨੀਆਂ ਕੁ ਵੋਟਾਂ ਲੈ ਗਿਆ ਸੀ ਕਿ ਵਿਰੋਧੀ ਧਿਰ ਦੀਆਂ ਵੋਟਾਂ ਵੰਡੇ ਜਾਣ ਦੇ ਕਰਕੇ ਬੀਜੇਪੀ ਦੇ ਉਮੀਦਵਾਰ ਜਿੱਤੇ ਸੀ। ਤੇ ਐਤਕੀ ਕਾਂਗਰਸ ਨੇ ਜ਼ੋਰ ਬੜਾ ਲਾਇਆ, ਮਿਹਨਤ ਤਰਲਾ ਵੀ ਕੀਤਾ, ਜਾ ਕੇ ਵੀ ਆਖਿਆ ਕਿ ਭਾਈ ਕਿੰਨੀ ਕੁ ਦੇਰ ਜ਼ੀਰੋ ਤੇ ਟਿਕੇ ਰਹਾਂਗੇ, ਇਕੱਠੇ ਹੋ ਜਾਓ, ਸੀਟਾਂ ਵੰਡ ਲੈਂਦੇ ਆ, ਘਬਰਾਓ ਨਾ, ਜਿੰਨੀਆਂ ਕਹੋਗੇ ਉਨੀਆਂ ਦੇ ਦਾਂਗੇ। ਪਰ ਬੀਬੀ ਮਾਇਆਵਤੀ ਨੇ ਸਿਰ ਫੇਰਤਾ ਸੀ, ਕਹਿੰਦੇ ਨਹੀਂ, ਅਸੀਂ ਨਾ ਤੁਹਾਡੇ ਨਾਲ, ਅਸੀਂ ਨਾ ਉਹਨਾਂ ਦੇ ਨਾਲ। ਸੋ ਪਹਿਲਾ ਝਟਕਾ ਉੱਤਰ ਪ੍ਰਦੇਸ਼ ਦੇ ਵਿੱਚ ਤਾਂ ਉਦੋਂ ਲੱਗ ਗਿਆ ਸੀ ਜਦੋਂ ਬੀਬੀ ਮਾਇਆਵਤੀ ਨੇ ਕਹਿਤਾ ਸੀ ਕਿ ਅਸੀਂ ਕਿਸੇ ਦੇ ਨਾਲ ਗੱਠਜੋੜ ਨਹੀਂ ਕਰਨਾ। ਇਹਦਾ ਮਤਲਬ ਬੀਜੇਪੀ ਦੇ ਖਿਲਾਫ ਇੱਕ ਉਮੀਦਵਾਰ ਬਸਪਾ ਦਾ, ਇੱਕ ਉਮੀਦਵਾਰ ਇੰਡੀਆ ਗੱਠਜੋੜ ਵਾਲਿਆਂ ਦਾ, ਦੋ ਤਾਂ ਪਹਿਲਾਂ ਹੀ ਤੈਅ ਸੀ। ਚਲੋ ਇੰਡੀਆ ਗੱਠਜੋੜ ਦੇ ਵਿੱਚ ਫਿਰ ਕੌਣ ਰਹਿ ਗਿਆ? ਇੱਕ ਰਹਿ ਗਿਆ ਸਮਾਜਵਾਦੀ ਪਾਰਟੀ ਦੇ ਅਖਿਲੇਸ਼, ਦੂਸਰੀ ਕਾਂਗਰਸ ਤੇ ਤੀਸਰਾ ਸਮਝੌਤਾ ਇਹਨਾਂ ਨੇ ਕੀਤਾ ਜਯੰਤ ਚੌਧਰੀ ਦੇ ਨਾਲ, ਰਾਸ਼ਟਰੀ ਲੋਕ ਦਲ, ਚੌਧਰੀ ਚਰਨ ਸਿੰਘ ਵੱਡਾ ਨਾਂ ਸੀ, ਚੌਧਰੀ ਅਜੀਤ ਸਿੰਘ, ਉਹਨਾਂ ਦਾ ਬੇਟਾ ਚੌਧਰੀ ਜਯੰਤ ਚੌਧਰੀ। ਗੱਠਜੋੜ ਹੋ ਗਿਆ, 80 ਦੇ ਵਿੱਚੋਂ 7 ਸੀਟਾਂ ਜਯੰਤ ਚੌਧਰੀ ਨੂੰ ਦੇਤੀਆਂ। ਦਿਨ 10 ਨਹੀਂ ਸੀ ਟੱਪੇ, ਜਯੰਤ ਚੌਧਰੀ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰਨ ਦਾ ਐਲਾਨ ਕਰ ਦਿੱਤਾ। ਯਾਨੀ ਇੰਡੀਆ ਗੱਠਜੋੜ ਦਾ ਇੱਕ ਬੰਦਾ ਆਪਣੀਆਂ 7 ਸੀਟਾਂ ਛੱਡ ਕੇ ਬੀਜੇਪੀ ਦੇ ਨਾਲ ਐਨਡੀਏ ਗੱਠਜੋੜ ਦੇ ਵਿੱਚ ਚਲੇ ਗਿਆ। ਇਹ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਇੰਡੀਆ ਗੱਠਜੋੜ ਦੇ ਲਈ ਵੱਡਾ ਘਾਟਾ ਸੀ, ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਸਾਫ਼ ਨਜ਼ਰ ਆ ਰਿਹਾ ਸੀ ਕਿ ਪੱਛਮੀ ਉੱਤਰ ਪ੍ਰਦੇਸ਼ ਦੀਆਂ ਤਕਰੀਬਨ 25 ਲੋਕ ਸਭਾ ਸੀਟਾਂ ਜਿੱਥੇ ਜਾਟ ਤੇ ਕਿਸਾਨ ਭਾਈਚਾਰੇ ਦਾ ਬਹੁਤ ਪ੍ਰਭਾਵ ਹੈ, ਉੱਥੇ ਜਯੰਤ ਚੌਧਰੀ ਦੀ ਪਾਰਟੀ ਚੰਗੀਆਂ ਵੋਟਾਂ ਲੈਂਦੀ ਹੈ ਤੇ ਉੱਥੋਂ ਬੀਜੇਪੀ ਨੂੰ ਵੋਟਾਂ ਮੁਕਾਬਲਤਨ ਘੱਟ ਮਿਲਣੀਆਂ ਸੀ। ਇਸ ਕਰਕੇ ਉਹਨਾਂ ਨੇ ਜਯੰਤ ਚੌਧਰੀ ਨੂੰ ਤੋੜ ਕੇ ਇੰਡੀਆ ਗੱਠਜੋੜ ਨੂੰ ਬਹੁਜਨ ਸਮਾਜ ਪਾਰਟੀ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਹ ਦੂਸਰਾ ਝਟਕਾ ਦੇ ਦਿੱਤਾ। ਹੁਣ ਸਮਾਜਵਾਦੀ ਪਾਰਟੀ, ਕਾਂਗਰਸ, ਇੱਕ ਅੱਧੀ ਛੋਟੀ ਧਿਰ ਹੋਰ ਹੈ
ਇੰਡੀਆ ਗੱਠਜੋੜ ਦੇ ਵਿੱਚ ਯੂਪੀ ਤੋਂ ਇਹ ਦੋ ਹੀ ਖਿਡਾਰੀ ਰਹਿ ਗਏ ਜਾਂ ਕੁਝ ਖੱਬੇ ਪੱਖੀ ਨੇ। ਤੇ ਭਾਰਤੀ ਜਨਤਾ ਪਾਰਟੀ ਯੂਪੀ 'ਚ ਨੰਬਰ 1, ਨੰਬਰ 2 ਤੇ ਜਯੰਤ ਚੌਧਰੀ ਇਹਨਾਂ ਦੇ ਨਾਲ। ਤੀਸਰੇ ਪਾਸੇ ਜੇ ਆਪਾਂ ਭਾਰਤੀ ਜਨਤਾ ਪਾਰਟੀ ਦੇਖੇ, ਨਿਸ਼ਾਦ ਪਾਰਟੀ ਰਾਮ ਲਾਲ ਹੋਰਾਂ ਦੀ, ਉਹ ਵੀ ਇਹਨਾਂ ਦੇ ਨਾਲ। ਇਹਦੇ ਤੋਂ ਇਲਾਵਾ ਆਪਣਾ ਦਲ ਸੋਨੇ ਲਾਲ ਹੋਰਾਂ ਦਾ, ਉਹ ਵੀ ਇਹਨਾਂ ਦੇ ਨਾਲ। ਸੋ ਆਪਣਾ ਦਲ, ਨਿਸ਼ਾਦ ਪਾਰਟੀ, ਜਯੰਤ ਚੌਧਰੀ ਤੇ ਭਾਰਤੀ ਜਨਤਾ ਪਾਰਟੀ। ਬੀਜੇਪੀ ਨੇ ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ਤੇ ਪੂਰੀ ਜਾਨ ਲਾਉਣ ਦੇ ਲਈ ਇਹ 4 ਸਿਆਸੀ ਦਲਾਂ ਦਾ ਗੱਠਜੋੜ ਖੜਾ ਕਰ ਲਿਆ। ਇਹਦਾ ਮਤਲਬ ਹੈ ਕਿ ਉਹ ਨਹੀਂ ਚਾਹੁੰਦੇ ਕਿ 80 ਲੋਕ ਸਭਾ ਸੀਟਾਂ ਦੇ ਵਿੱਚੋਂ ਅਸੀਂ ਕਿਸੇ ਵੀ ਸੀਟ ਦੇ ਉੱਤੇ ਕਮਜ਼ੋਰ ਰਹੀਏ। ਸੋ ਇਹ ਇੰਡੀਆ ਗੱਠਜੋੜ ਦੇ ਲਈ ਵੱਡਾ ਝਟਕਾ ਉੱਤਰ ਪ੍ਰਦੇਸ਼ ਦੇ ਵਿੱਚ ਵੀ ਲੱਗਿਆ ਜ਼ਰੂਰ ਹੈ। ਫਿਰ ਆਪਾਂ ਅੱਗੇ ਤੁਰਦੇ ਹਾਂ। ਜੇ ਆਪਾਂ ਅੱਗੇ ਜਾਣਾ ਤੇ ਕਰਨਾਟਕ ਜਾਣਾ ਪਊਗਾ। ਕਰਨਾਟਕ ਜਿੱਥੇ ਕਿ 28 ਲੋਕ ਸਭਾ ਦੀਆਂ ਸੀਟਾਂ ਨੇ, ਕਰਨਾਟਕ ਜਿੱਥੇ ਥੋੜ੍ਹਾ ਸਮਾਂ ਪਹਿਲਾਂ ਹੀ ਅਜੇ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਤੇ ਕਾਂਗਰਸ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਹਰਾ ਕੇ ਸਰਕਾਰ ਬਣਾਉਣ 'ਚ ਕਾਮਯਾਬ ਰਹੀ ਹੈ। ਤੇ ਉਸੇ ਕਰਕੇ ਰਾਹੁਲ ਗਾਂਧੀ ਸਾਹਿਬ ਉਤਸ਼ਾਹ 'ਚ ਬੜੇ ਸੀ ਕਿ ਅਸੀਂ ਹਿਮਾਚਲ ਜਿੱਤ ਲਿਆ, ਅਸੀਂ ਕਰਨਾਟਕ ਜਿੱਤ ਲਿਆ, ਹੁਣ ਅਸੀਂ ਬੀਜੇਪੀ ਨੂੰ ਕੇਂਦਰ 'ਚ ਵੀ ਹਰਾ ਦੇਣਾ। ਉਹ ਵੱਖਰੀ ਗੱਲ ਹੈ ਕਿ ਲੰਘੀਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡਾ ਝਟਕਾ ਫਿਰ ਕਾਂਗਰਸ ਨੂੰ ਲੱਗਿਆ। ਹੁਣ ਕਰਨਾਟਕ ਦੇ ਵਿੱਚ ਪਿਛਲੀ ਵਾਰ 28 ਦੇ ਵਿੱਚੋਂ 25 ਸੀਟਾਂ ਬੀਜੇਪੀ ਜਿੱਤ ਗਈ ਸੀ, ਪਰ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬੀਜੇਪੀ ਨੂੰ ਘੱਟੋ ਘੱਟ 10 ਤੋਂ ਲੈ ਕੇ 12 ਲੋਕ ਸਭਾ ਸੀਟਾਂ ਦਾ ਘਾਟਾ ਕਰਨਾਟਕ 'ਚੋਂ ਪੈ ਰਿਹਾ ਸੀ ਤੇ ਉੱਥੇ ਇੰਡੀਆ ਗੱਠਜੋੜ ਦੇ ਲਈ ਇਕੱਲੀ ਕਾਂਗਰਸ ਹੈ, ਕੋਈ ਨਹੀਂ। ਪਰ ਇਸ ਘਾਟੇ ਨੂੰ ਪੂਰਾ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਨੇ ਦੇਖਿਆ ਕਿ ਜੇ ਅਸੀਂ ਐਚ.ਡੀ. ਦੇਵਗੌੜਾ, ਐਚ.ਡੀ. ਕੁਮਾਰਾਸਵਾਮੀ ਦੀ ਪਾਰਟੀ ਜਨਤਾ ਦਲ ਸੈਕੂਲਰ ਦੇ ਨਾਲ ਉੱਥੇ ਗੱਠਜੋੜ ਨਾ ਕੀਤਾ ਤਾਂ ਹੋ ਸਕਦਾ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਗੱਠਜੋੜ ਕਰ ਲੈ। ਹੋ ਸਕਦਾ ਕਿ ਕਾਂਗਰਸ ਤੇ ਜੇ ਦੇਵਗੌੜਾ ਦੀ ਪਾਰਟੀ ਦਾ ਗੱਠਜੋੜ ਹੋ ਗਿਆ ਤੇ 28 ਦੇ ਵਿੱਚੋਂ 20 ਸੀਟਾਂ ਵੀ ਅਗਲੇ ਲੈ ਜਾਣਗੇ, ਕੋਈ ਵੱਡੀ ਗੱਲ ਨਹੀਂ, ਕਿਉਂਕਿ ਦੋਨਾਂ ਦੇ ਕੋਲੇ ਵੋਟ ਬੈਂਕ ਜੁੜ ਕੇ ਕਾਫੀ ਚੰਗਾ ਹੋ ਜਾਣਾ ਸੀ। ਸੋ ਇਹਦੇ ਤੋਂ ਪਹਿਲਾਂ ਕਿ ਐਚ.ਡੀ. ਦੇਵਗੌੜਾ ਇੰਡੀਆ ਗੱਠਜੋੜ ਦਾ ਹਿੱਸਾ ਬਣਦੇ, ਸਭ ਤੋਂ ਪਹਿਲਾਂ ਬੀਜੇਪੀ ਨੇ ਗੱਠਜੋੜ ਐਚ.ਡੀ. ਦੇਵਗੌੜਾ ਦੀ ਪਾਰਟੀ ਨਾਲ ਕੀਤਾ। ਸੀਟਾਂ ਜਨਤਾ ਦਲ ਸੈਕੂਲਰ ਨੂੰ 2 ਛੱਡੀਆਂ ਕਿ 3 ਛੱਡੀਆਂ, ਇਹ ਮਾਇਨਾ ਨਹੀਂ ਰਖਾਉਂਦਾ, ਪਰ ਬੀਜੇਪੀ ਨੇ ਉੱਥੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੰਨੀਆਂ ਕੁ ਵੋਟਾਂ ਕਾਂਗਰਸ ਤੋਂ ਘਟੀਆਂ ਸੀ, ਉਹ ਵੋਟਾਂ ਜਨਤਾ ਦਲ ਸੈਕੂਲਰ ਯਾਨੀ ਕਿ ਐਚ.ਡੀ. ਦੇਵਗੌੜਾ ਦੀ ਪਾਰਟੀ ਨੂੰ ਨਾਲ ਜੋੜ ਕੇ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ 28 ਲੋਕ ਸਭਾ ਦੀਆਂ ਸੀਟਾਂ ਨੇ ਕਰਨਾਟਕ ਦੇ ਵਿੱਚ, 28 ਦੇ ਵਿੱਚੋਂ ਕਾਂਗਰਸ ਨੂੰ ਕਿੰਨੀਆਂ ਕੁ ਮਿਲਦੀਆਂ, ਭਾਰਤੀ ਜਨਤਾ ਪਾਰਟੀ ਤੇ ਜਨਤਾ ਦਲ ਐਸ ਨੂੰ ਕਿੰਨੀਆਂ ਕੁ ਮਿਲਦੀਆਂ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੋਣਾ। ਤੇ ਦੱਖਣ ਭਾਰਤ ਦੇ ਵਿੱਚ ਇੱਕੋ ਇੱਕ ਸੂਬਾ ਜਿੱਥੇ ਬੀਜੇਪੀ ਨੂੰ ਉਮੀਦ ਰਹਿੰਦੀ ਹੈ, ਬਾਕੀ ਸੂਬਿਆਂ ਦੇ ਵਿੱਚੋਂ ਕੇਰਲਾ ਦੇ ਵਿੱਚੋਂ ਬੀਜੇਪੀ ਨੂੰ ਕੀ ਲੱਭਦਾ, ਕੁਝ ਵੀ ਨਹੀਂ। ਤਾਮਿਲਨਾਡੂ ਦੇ ਵਿੱਚੋਂ ਬੀਜੇਪੀ ਨੂੰ ਕੀ ਲੱਭਦਾ, ਕੁਝ ਵੀ ਨਹੀਂ। ਹੋਰ ਵੀ ਕਈ ਛੋਟੇ-ਛੋਟੇ ਸੂਬੇ ਨੇ, ਉੱਥੋਂ ਭਾਰਤੀ ਜਨਤਾ ਪਾਰਟੀ ਨੂੰ ਕੀ ਲੱਭਦਾ, ਕੁਝ ਵੀ ਨਹੀਂ। ਇਸ ਕਰਕੇ ਐਚ.ਡੀ. ਦੇਵਗੌੜਾ ਸਾਹਿਬ ਨੂੰ ਇੰਡੀਆ ਗੱਠਜੋੜ ਦੇ ਵਿੱਚ ਜਾਣ ਤੋਂ ਰੋਕ ਕੇ ਬੀਜੇਪੀ ਨੇ ਆਪਣੇ ਲਈ ਇੱਕ ਤਰ੍ਹਾਂ ਦੇ ਨਾਲ ਸਿਆਸੀ ਤੌਰ ਤੇ ਸਫਲਤਾ ਹਾਸਲ ਕੀਤੀ ਹੈ। ਹੁਣ ਦੇਖਦੇ ਹਾਂ ਕਹਾਣੀ ਕਿੱਧਰ ਨੂੰ ਜਾਂਦੀ ਹੈ। ਪਰ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਹੁਣ ਤੱਕ ਦੀ ਜਿੰਨੀ ਕੁ ਗੱਲਬਾਤ ਆਪਾਂ ਕੀਤੀ ਹੈ, ਇੰਡੀਆ ਗੱਠਜੋੜ ਵਰਸਸ ਐਨਡੀਏ ਯਾਨੀ ਕਿ ਭਾਰਤੀ ਜਨਤਾ ਪਾਰਟੀ ਯਾਨੀ ਕਿ ਨਰਿੰਦਰ ਮੋਦੀ ਸਾਹਿਬ ਦੇ ਵਿਚਾਲੇ ਜਿਹੜਾ ਮੁਕਾਬਲਾ, ਉਸ ਮੁਕਾਬਲੇ ਨੂੰ ਇੱਕ ਪਾਸੜ ਕਰਨ ਦੀ ਪ੍ਰਕਿਰਿਆ ਦੇ ਤਹਿਤ ਬੀਜੇਪੀ ਨੇ ਇਸ ਗੱਲ ਦੇ ਉੱਤੇ ਜ਼ੋਰ ਨਹੀਂ ਦਿੱਤਾ ਕਿ ਅਸੀਂ ਪ੍ਰਚਾਰ ਠੋਕ ਕੇ ਕਰੀਏ। ਬੀਜੇਪੀ ਨੇ ਇਸ ਗੱਲ ਦੇ ਉੱਤੇ ਜ਼ੋਰ ਨਹੀਂ ਦਿੱਤਾ ਕਿ ਅਸੀਂ ਵੱਧ ਤੋਂ ਵੱਧ ਰੈਲੀਆਂ ਕਰੀਏ। ਉਹਨਾਂ ਨੇ ਸਭ ਤੋਂ ਵੱਧ ਇਲੈਕਸ਼ਨ ਅਨਾਉਂਸ ਹੋਣ ਤੋਂ ਪਹਿਲਾਂ ਆਪਣੇ ਨਾਲ ਵੱਧ ਤੋਂ ਵੱਧ ਬੰਦੇ ਤੇ ਪਾਰਟੀਆਂ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਨੰਬਰ 1 ਆਪਾਂ ਬਿਹਾਰ ਡਿਸਕਸ ਕੀਤਾ, ਨੰਬਰ 2 ਉੱਤੇ ਝਾਰਖੰਡ ਦੇ ਉੱਤੇ ਚਰਚਾ ਕੀਤੀ, ਨੰਬਰ 3 ਉੱਤਰ ਪ੍ਰਦੇਸ਼ ਦੀ ਆਪਾਂ ਜ਼ਿਕਰ ਕਰ ਚੁੱਕੇ ਹਾਂ ਤੇ ਨੰਬਰ 4 ਦੇ ਉੱਤੇ ਆਪਾਂ ਕਰਨਾਟਕ ਦੀ ਗੱਲਬਾਤ ਕੀਤੀ ਹੈ। ਤੇ ਕਰਨਾਟਕ ਦੇ ਵਿੱਚ ਮੈਂ ਇੱਕ ਹੋਰ ਦੱਸ ਦਿੰਦਾ ਕਿ ਬੀਜੇਪੀ ਕਿੰਨੀ ਇੱਕ ਸੀਟ ਦੇ ਉੱਤੇ, ਇੱਕ ਸੂਬੇ ਦੇ ਉੱਤੇ ਕੰਮ ਕਰ ਰਹੀ ਹੈ। ਮੈਂ ਇਹ ਨਹੀਂ ਕਹਿਣਾ ਕਿ ਉਹ ਕੰਮ ਚੰਗਾ ਕਰ ਰਹੀ ਹੈ, ਸਿਆਸੀ ਤੌਰ ਦੇ ਉੱਤੇ ਆਪਣਾ ਰਾਹ ਪੱਧਰਾ ਕਰ ਰਿਹਾ। ਜਗਦੀਸ਼ ਸ਼ੈਟਰ ਬੀਜੇਪੀ ਦੇ ਲੀਡਰ ਹੁੰਦੇ ਸਨ, ਬੀਜੇਪੀ ਵੱਲੋਂ ਮੁੱਖ ਮੰਤਰੀ ਤੱਕ ਬਣੇ ਕਰਨਾਟਕ ਦੇ, ਬਾਅਦ ਵਿੱਚ ਬੀਜੇਪੀ 'ਚ ਖੂੰਜੇ ਲੱਗ ਗਏ ਤੇ ਲੰਘੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਤੇ ਕਾਂਗਰਸ ਪਾਰਟੀ ਜਿੱਤ ਕੇ ਸਰਕਾਰ ਵੀ ਬਣਾ ਗਈ। ਹੁਣ ਉਸੇ ਜਗਦੀਸ਼ ਸ਼ੈਟਰ ਨੂੰ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਵਾਪਸ ਬੀਜੇਪੀ ਦੇ ਵਿੱਚ ਲੈ ਕੇ ਆਈ ਹੈ, ਆਪਣੇ ਹੀ ਸਾਬਕਾ ਮੁੱਖ ਮੰਤਰੀ ਨੂੰ, ਜਿਹਦਾ ਘਾਟਾ ਵਿਧਾਨ ਸਭਾ ਦੀਆਂ ਚੋਣਾਂ 'ਚ ਪਿਆ ਸੀ। ਜਾਣੀ ਕਿ ਇੱਕ ਬੰਦਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੇ ਮਾਰਕ ਕੀਤਾ ਤੇ ਟੀਚਾ ਲੋਕ ਸਭਾ ਦੀਆਂ ਚੋਣਾਂ ਜਿੱਤਣਾ। ਹਾਂ, ਦੇਸ਼ ਦੇ ਲਈ ਉਹਨਾਂ ਦੀਆਂ ਨੀਤੀਆਂ ਕਿੰਨੀਆਂ ਕੁ ਚੰਗੀਆਂ ਨੇ, ਕਿੰਨੀਆਂ ਕੁ ਮਾੜੀਆਂ ਨੇ, ਉਹ ਇੱਕ ਵੱਖਰੀ ਗੱਲ ਹੈ। ਪਰ ਬੀਜੇਪੀ ਨਿਸ਼ਾਨੇ ਬਿੰਨ ਕੇ ਇੰਡੀਆ ਗੱਠਜੋੜ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਰਹੀ ਪ੍ਰਤੀਤ ਹੁੰਦੀ ਹੈ ਤੇ ਇੰਡੀਆ ਗੱਠਜੋੜ ਕਿੰਨੀਆਂ ਕੁ ਸਾਵਧਾਨੀਆਂ ਵਰਤਦਾ, ਇਹ ਵੀ ਆਪਾਂ ਨੂੰ ਦੇਖਣਾ ਪਏਗਾ। ਸੋ ਆਪਾਂ ਅਜੇ ਪੰਜਾਬ ਦੀ ਗੱਲ ਕਰਨੀ ਹੈ, ਆਪਾਂ ਅਜੇ ਗੁਜਰਾਤ ਦੀ ਗੱਲ ਕਰਨੀ ਹੈ, ਦਿੱਲੀ ਤੇ ਹਰਿਆਣੇ ਵਾਲੇ ਪਾਸੇ ਚੱਲਣਾ ਹੈ। ਤੁਹਾਨੂੰ ਲੱਗਦਾ ਹੋਊਗਾ ਕਿ ਪ੍ਰਾਈਮ ਟਾਈਮ ਦੇ ਵਿੱਚ ਕੀ ਬੀਜੇਪੀ ਕਰੀ ਜਾਂਦੇ ਆ, ਪਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ
ਸਿਰਫ ਜ਼ਮੀਨੀ ਹਕੀਕਤ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਅਜੇ 2-3 ਮਹੀਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਾਕੀ ਨੇ। ਇੰਡੀਆ ਗੱਠਜੋੜ ਜੇ ਕੋਸ਼ਿਸ਼ ਕਰੇ ਤਾਂ ਅਜੇ ਵੀ ਚੰਗਾ ਕੰਮ ਕਰ ਸਕਦਾ। ਇੰਡੀਆ ਗੱਠਜੋੜ ਜੇ ਯਤਨ ਕਰੇ ਤਾਂ ਵੱਖ-ਵੱਖ ਸੂਬਿਆਂ ਦੇ ਵਿੱਚ ਉਹ ਵੀ ਬੀਜੇਪੀ ਦੇ ਬੰਦੇ ਤੋੜ ਸਕਦਾ। ਬੀਜੇਪੀ ਦੇ ਨਾਲ 37-38 ਪਾਰਟੀਆਂ ਜੁੜੀਆਂ, ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਤੋੜ ਕੇ ਆਪਣੇ ਨਾਲ ਰਲਾ ਸਕਦਾ। ਅਸੀਂ ਜੋੜ ਤੋੜ ਦੀ ਰਾਜਨੀਤੀ ਦੇ ਹਮ ਹੀ ਨਹੀਂ, ਪਰ ਇਹ ਪ੍ਰੈਕਟੀਕਲੀ ਜੋ ਕੁਝ ਪਿਛਲੇ 1.5 ਮਹੀਨਿਆਂ ਦੇ ਵਿੱਚ ਭਾਰਤ ਦੇ ਵਿੱਚ ਵਾਪਰਿਆ, ਕਿਉਂਕਿ ਜਦੋਂ ਇੰਡੀਆ ਗੱਠਜੋੜ ਦਾ ਆਭਾਰ ਹੋਇਆ ਸੀ ਤੇ ਐਂ ਲੱਗਦਾ ਸੀ ਕਿ ਭਾਈ ਹੁਣ ਮਿਲੂ ਬਰਾਬਰ ਦੀ ਟੱਕਰ। ਹੁਣ ਇੱਕ ਬੀਜੇਪੀ ਦਾ ਉਮੀਦਵਾਰ ਹੋਏਗਾ, ਇੱਕ ਇੰਡੀਆ ਗੱਠਜੋੜ ਦਾ, ਕਿਉਂਕਿ ਬੀਜੇਪੀ ਨੂੰ ਤਾਂ 40% ਵੋਟਾਂ ਵੀ ਨਹੀਂ ਸੀ ਪਈਆਂ ਪਿਛਲੀਆਂ 2019 ਦੀਆਂ ਲੋਕ ਸਭਾ ਚੋਣਾਂ 'ਚ। ਤੇ ਐਂ ਲੱਗਦਾ ਸੀ ਕਿ ਅੱਧਿਓਂ ਘੱਟ ਵੋਟਾਂ ਲੈ ਕੇ 40% ਤੋਂ ਵੀ ਘੱਟ ਵੋਟਾਂ ਲੈ ਕੇ ਬੀਜੇਪੀ ਇਸ ਕਰਕੇ ਜਿੱਤੀ ਹੈ ਕਿ ਵਿਰੋਧੀ ਵੋਟਾਂ ਵੰਡੀਆਂ ਗਈਆਂ। ਇੰਡੀਆ ਗੱਠਜੋੜ ਜਦੋਂ ਬਣਿਆ, ਧੜਾ ਧੜ ਜਦੋਂ ਮੀਟਿੰਗਾਂ ਹੋਈਆਂ, ਜੱਫੀਆਂ ਪਾਈਆਂ, ਤੁਸੀਂ ਦੇਖੋ ਜੇ ਕੇਜਰੀਵਾਲ ਸਾਹਿਬ ਤੇ ਰਾਹੁਲ ਗਾਂਧੀ ਜੱਫੀ ਪਾ ਰਹੇ ਹੈ, ਜੇ ਖੱਬੇ ਪੱਖੀ ਤੇ ਉਧਰਲੇ ਪਾਸੇ ਮਮਤਾ ਬੈਨਰਜੀ ਨਾਲੋਂ ਨਾਲ ਖੜ ਕੇ ਮੀਟਿੰਗ ਕਰ ਰਹੇ ਹੈ, ਇਹ ਕੋਈ ਛੋਟੀ ਗੱਲ ਨਹੀਂ ਸੀ। ਪਰ ਭਾਰਤੀ ਜਨਤਾ ਪਾਰਟੀ ਨੇ ਜਦੋਂ ਦੇਖਿਆ ਕਿ ਕੰਮ ਖਰਾਬ ਹੋ ਜੂ, ਉਹਨਾਂ ਨੇ ਇੱਕ ਇੱਕ ਕਰਕੇ ਉਹਨਾਂ ਦੇ ਲੀਡਰ ਭੋਰਨੇ ਸ਼ੁਰੂ ਕਰ ਦਿੱਤੇ। ਹੁਣ ਆਪਾਂ ਚੱਲਦੇ ਹਾਂ ਮਹਾਰਾਸ਼ਟਰ ਵੱਲ। ਮਹਾਰਾਸ਼ਟਰ ਦੇ ਵਿੱਚ ਤੁਸੀਂ ਹਿਸਾਬ ਕਿਤਾਬ ਲਾਓ ਕਿ 48 ਲੋਕ ਸਭਾ ਦੀਆਂ ਸੀਟਾਂ ਨੇ। ਆਪਾਂ ਉੱਤਰ ਪ੍ਰਦੇਸ਼ ਦਾ ਜ਼ਿਕਰ ਕੀਤਾ ਸੀ ਕਿ ਸਭ ਤੋਂ ਵੱਧ ਲੋਕ ਸਭਾ ਦੀਆਂ ਸੀਟਾਂ 80 ਯੂਪੀ 'ਚ ਨੇ ਤੇ ਦੂਸਰਾ ਨੰਬਰ ਆਉਂਦਾ ਮਹਾਰਾਸ਼ਟਰ ਦਾ 48। ਹੁਣ ਬੀਜੇਪੀ ਉੱਥੇ ਕਿਸ ਸਥਿਤੀ 'ਚ ਹੈ? ਬੀਜੇਪੀ ਦਾ ਮੁਕਾਬਲਾ ਕਿਹਦੇ ਨਾਲ ਸੀ? ਸ਼ਰਦ ਪਵਾਰ ਦੇ ਨਾਲ, ਰਾਸ਼ਟਰਵਾਦੀ ਕਾਂਗਰਸ ਪਾਰਟੀ। ਤੇ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਸ਼ਰਦ ਪਵਾਰ ਦੀ ਨਾ ਕੇਵਲ ਪਾਰਟੀ ਤੋੜੀ ਬਲਕਿ ਉਹਦੇ ਟੱਬਰ ਦੇ ਵਿੱਚੋਂ ਬੰਦਾ ਘੜੀਸ ਕੇ ਲੈ ਆਂਦਾ। ਉਹਦਾ ਨਾਮ ਹੈ ਅਜੀਤ ਪਵਾਰ। ਉਹਨੂੰ ਮੁੱਖ ਮੰਤਰੀ ਬਣਾਇਆ ਤੇ ਇਕੱਲਾ ਸ਼ਰਦ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਵਿੱਚੋਂ ਅਜੀਤ ਪਵਾਰ ਨਹੀਂ ਤੋੜਿਆ, ਸਗੋਂ ਸ਼ਰਦ ਪਵਾਰ ਦੀ ਪਾਰਟੀ ਦੇ 65% MLA ਵੀ ਤੋੜ ਲਏ। 65% ਤੋਂ ਵੀ ਵੱਧ MLA ਤੋੜ ਲਏ। ਇੱਥੋਂ ਤੱਕ ਕਿ ਸ਼ਰਦ ਪਵਾਰ ਤੋਂ ਉਹਦੀ ਪਾਰਟੀ ਦਾ ਚੋਣ ਨਿਸ਼ਾਨ ਤੇ ਨਾਂ ਵੀ ਖੋਲਿਆ ਅਜੀਤ ਪਵਾਰ ਨੇ। ਤੋ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਰਕਾਰ ਦੇ ਵਿੱਚ ਬੈਠਾ ਡਿਪਟੀ ਮੁੱਖ ਮੰਤਰੀ ਦੀ ਕੁਰਸੀ ਤੇ ਸ਼ਰਦ ਪਵਾਰ ਖੂੰਜੇ ਲੱਗ ਗਿਆ। ਉਹਦੇ ਪੱਲੇ ਸਿਆਸੀ ਤੌਰ ਤੇ ਬਹੁਤਾ ਕੁਝ ਨਹੀਂ ਰਿਹਾ ਤੇ ਸ਼ਰਦ ਪਵਾਰ ਕਿਸੇ ਵੇਲੇ ਇੰਡੀਆ ਗੱਠਜੋੜ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਸੀ। ਤੇ ਕਿੱਥੇ ਬੰਦਾ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਤੇ ਅਜੇ ਆਪਣੀ ਪਾਰਟੀ ਦੀ ਹੋਂਦ ਬਚਾਉਣ ਦੇ ਲਈ ਜਦੋਜਹਿਦ ਕਰ ਰਿਹਾ। ਦੂਸਰਾ, ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਦੇ ਵਿੱਚ ਬਹੁਤਾ ਫਰਕ ਨਹੀਂ, ਪਰ ਸਿਆਸੀ ਤੌਰ ਦੇ ਉੱਤੇ ਗਿਣਤੀਆਂ ਮਿਣਤੀਆਂ 'ਚ ਫਰਕ ਆ ਗਿਆ ਸੀ। ਉਧਵ ਠਾਕਰੇ ਬੀਜੇਪੀ ਨੂੰ ਟੁੱਟ ਕੇ ਪੈਂਦੇ ਸੀ ਤੇ ਭਾਰਤੀ ਜਨਤਾ ਪਾਰਟੀ ਨੇ ਮਹਾਰਾਸ਼ਟਰ ਦੇ ਵਿੱਚ 48 ਲੋਕ ਸਭਾ ਦੀਆਂ ਸੀਟਾਂ ਨੂੰ ਸੁਰੱਖਿਅਤ ਕਰਨ ਦੇ ਲਈ ਸ਼ਿਵ ਸੈਨਾ ਦੇ ਵਿੱਚੋਂ ਏਕਨਾਥ ਸ਼ਿੰਦੇ ਤੋੜਿਆ। ਸ਼ਿਵ ਸੈਨਾ ਦੇ 70% MLA ਤੋੜੇ। ਉਹ ਅੱਡ ਹੋਏ, ਏਕਨਾਥ ਸ਼ਿੰਦੇ ਨੂੰ ਚੀਫ ਮਿਨਿਸਟਰ ਬਣਾਤਾ। ਹਾਲਾਂਕਿ ਬੀਜੇਪੀ ਦੇ ਕੋਲੇ 100 ਤੋਂ ਵੱਧ MLA ਨੇ ਉੱਥੇ, ਏਕਨਾਥ ਸ਼ਿੰਦੇ ਦੇ ਕੋਲੇ 40 ਬੰਦੇ ਵੀ ਨਹੀਂ ਗਏ। ਜਿੱਦਾਂ ਨਿਤਿਸ਼ ਕੁਮਾਰ ਦੇ ਕੋਲੇ MLA ਘੱਟ ਸੀ ਪਰ ਬੀਜੇਪੀ ਨੇ ਆਪਣੇ ਨਾਲ ਰੱਖਣ ਦੇ ਲਈ ਚੀਫ ਮਿਨਿਸਟਰ ਬਣਾਇਆ। ਏਕਨਾਥ ਸ਼ਿੰਦੇ ਦੇ ਕੋਲੇ MLA ਘੱਟ ਨੇ ਪਰ ਦਵਿੰਦਰ ਫਡਨਵੀਸ ਨੂੰ ਸਮਝਾ ਬੁਝਾ ਕੇ ਕਿ ਕੋਈ ਗੱਲ ਨਹੀਂ, ਤੁਸੀਂ ਡਿਪਟੀ ਬਣ ਜਾਓ, ਆਪਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਬਣਾਉਣਾ। ਸਿੱਟਾ ਕੀ ਨਿਕਲਿਆ? ਉਧਵ ਠਾਕਰੇ ਦੇ ਪੱਲੇ ਸਿਆਸੀ ਤੌਰ ਤੇ ਬਹੁਤਾ ਕੁਝ ਭਾਰਤੀ ਜਨਤਾ ਪਾਰਟੀ ਨੇ ਮਹਾਰਾਸ਼ਟਰ ਦੇ ਵਿੱਚ ਛੱਡਿਆ ਨਹੀਂ। ਅੱਜ ਹਾਲਾਤ ਕੀ ਹੈ? ਉਧਵ ਠਾਕਰੇ ਦੀ ਪਾਰਟੀ ਦਾ ਚੋਣ ਨਿਸ਼ਾਨ ਵੀ ਖਤਰੇ 'ਚ ਹੈ। ਉਧਵ ਠਾਕਰੇ ਦੀ ਪਾਰਟੀ ਦਾ ਇਲੈਕਸ਼ਨ ਸਿੰਬਲ ਜਾਨੀ ਕਿ ਚੋਣ ਨਿਸ਼ਾਨ ਵੀ ਖਤਰੇ 'ਚ ਹੈ। ਉਹ ਵੀ ਹੋ ਸਕਦਾ ਹੈ ਕਿ ਏਕਨਾਥ ਸ਼ਿੰਦੇ ਹੀ ਲੈ ਜਾਏ। ਜਾਨੀ ਦੋ ਵੱਡੀਆਂ ਧਿਰਾਂ, ਜਿਨ੍ਹਾਂ ਧਿਰਾਂ ਤੋਂ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਸੀ ਕਿ ਅਸੀਂ ਕਿਤੇ 48 ਸੀਟਾਂ, ਕਿਉਂਕਿ ਇਕੱਠੇ ਹੋ ਗਏ ਸੀ ਤਿੰਨੋਂ, ਉਧਵ ਠਾਕਰੇ ਵਾਲੀ ਸ਼ਿਵ ਸੈਨਾ, ਸ਼ਰਦ ਪਵਾਰ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਕਾਂਗਰਸ, ਤਿੰਨੋਂ ਇਕੱਠੇ ਹੋ ਗਏ ਸੀ। ਖੱਬੇ ਪੱਖੀ ਧਿਰਾਂ ਵੀ ਇਹਨਾਂ ਦੇ ਨਾਲ ਸੀ। ਬੀਜੇਪੀ ਇਕੱਲੀ ਰਹਿ ਗਈ ਸੀ ਤੇ ਤਿੰਨਾਂ ਦੇ ਵਿੱਚੋਂ ਕੋਈ ਵੀ ਧਿਰ ਬੀਜੇਪੀ ਦੇ ਨਾਲ ਜੁੜਦੀ ਨਹੀਂ ਸੀ। ਤੇ ਅਗਲੇ ਨੇ ਕਿਹਾ ਠੀਕ ਹੈ, ਤੁਸੀਂ ਜਿੱਥੇ ਬੈਠੇ ਰਹੋ, ਅਸੀਂ ਤੁਹਾਡੇ ਬੰਦੇ ਤੇ ਤੁਹਾਡੇ MLA ਤੋੜ ਲੈਣੇ ਤੇ ਬੀਜੇਪੀ ਨੇ ਤੋੜ ਲਏ। ਤੇ ਉੱਥੇ ਗੱਲ ਇੱਥੋਂ ਤੱਕ ਹੀ ਸੀਮਤ ਨਹੀਂ ਰਹੀ, ਗੱਲ ਬਹੁਤ ਅੱਗੇ ਤੱਕ ਚਲੇਗੀ। ਤੇ ਅੱਗੇ ਤੱਕ ਕਿੱਥੇ ਚਲੇਗੀ ਕਿ ਇਸ ਵੇਲੇ ਹਾਲਾਤ ਇਹ ਬਣੇ ਹੋਏ ਨੇ ਕਿ ਕਾਂਗਰਸ ਪਾਰਟੀ ਤਾਂ ਨਹੀਂ ਟੁੱਟੀ, ਪਰ ਉਹਨਾਂ ਦਾ ਇੱਕ ਬਹੁਤ ਵੱਡਾ ਲੀਡਰ ਮਿਲਿੰਦ ਦੇਵੜਾ ਤੋੜਿਆ। ਉਹਦੇ ਤੋਂ ਬਾਅਦ ਇੱਕ ਰਾਜ ਮੰਤਰੀ ਰਹਿ ਚੁੱਕਾ ਬੰਦਾ ਤੋੜਿਆ। ਉਹਦੇ ਤੋਂ ਬਾਅਦ ਪ੍ਰਿਥਵੀ ਰਾਜ ਚਵਾਨ ਤੋੜਿਆ, ਜਿਹੜਾ ਕਿ ਸਾਬਕਾ ਚੀਫ ਮਿਨਿਸਟਰ ਤੇ ਉਹਦਾ ਬਾਪੂ ਵੀ ਚੀਫ ਮਿਨਿਸਟਰ ਰਿਹਾ। ਯਾਨੀ ਕਿ ਮਹਾਰਾਸ਼ਟਰ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਪਰਿਵਾਰ ਹੈ ਜਿਸ ਪਰਿਵਾਰ ਦੇ ਵਿੱਚੋਂ ਦੋ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਰਹੇ। ਤੇ ਪ੍ਰਿਥਵੀ ਰਾਜ ਚੌਹਾਨ ਕਾਂਗਰਸ ਪਾਰਟੀ ਚੋਂ ਅਸਤੀਫਾ ਦੇ ਗਿਆ। ਜਦੋਂ ਮਿਲਿੰਦ ਦੇਵੜਾ ਵੀ ਅਸਤੀਫਾ ਦੇ ਗਿਆ, ਪ੍ਰਿਥਵੀ ਰਾਜ ਚੌਹਾਨ ਵੀ ਅਸਤੀਫਾ ਦੇ ਗਿਆ ਤੇ ਕਾਂਗਰਸ ਪਾਰਟੀ ਵੀ ਸਿਆਸੀ ਤੌਰ ਦੇ ਉੱਤੇ ਮਹਾਰਾਸ਼ਟਰ ਦੇ ਵਿੱਚ ਕਾਫੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਹੀ ਹੈ। ਸੋ ਇਹ ਝਟਕੇ ਨੇ ਸਾਰੇ। ਯੂਪੀ ਦੇ ਵਿੱਚ 80 ਸੀਟਾਂ, ਇਧਰਲੇ ਪਾਸੇ 48 ਸੀਟਾਂ
80 ਤੇ 48 128 ਬਣਦੀਆਂ। ਤੇ ਆ ਉੱਤਰ ਭਾਰਤ ਦੇ ਆਪਾਂ ਜੰਮੂ ਕਸ਼ਮੀਰ, ਹਿਮਾਚਲ, ਪੰਜਾਬ, ਇਧਰਲੇ ਪਾਸਿਓਂ ਆਣ ਕੇ ਰਾਜਸਥਾਨ ਵੀ ਲੈ ਲਓ, ਦਿੱਲੀ ਵੀ ਲੈ ਲਓ, ਹਰਿਆਣਾ ਵੀ ਲੈ ਲਓ, ਇਹ ਸਾਰਿਆਂ ਦੀਆਂ ਸੀਟਾਂ ਵੀ ਮਿਲਾ ਲਈਏ ਤਾਂ ਯੂਪੀ ਤੇ ਮਹਾਰਾਸ਼ਟਰ ਤੋਂ ਘੱਟ ਬਣਦੀਆਂ। ਤੇ ਅਗਲਿਆਂ ਨੇ ਇੱਥੇ ਆਪਣਾ ਦਾ ਜਿਹੜਾ ਖੇਡਣ ਦਾ ਪੂਰਾ ਯਤਨ ਕੀਤਾ। ਅਜੇ ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਕੀ ਕਰਨਾ। ਦਵਿੰਦਰ ਫੜਨਵੀਸ ਹੋਰੀ ਕਹਿੰਦੇ ਸੀ ਦੇਖੀ ਜਾਓ ਹੁੰਦਾ ਕੀ ਹੈ, ਅਜੇ ਤਾਂ ਬੰਦੇ ਹੋਰ ਬਹੁਤ ਆਉਣੇ ਆ, ਉਹ ਪਾਈ ਉਹਨਾਂ ਦੇ ਝੋਲੇ 'ਚ ਕੁਛ ਛੱਡ ਛੁੱਟ ਵੀ ਦਿਓ। ਚਲੋ ਅਸੀਂ ਇੰਡੀਆ ਗੱਠਜੋੜ ਨੂੰ ਸ਼ੁਭ ਸ਼ਾਮਾਂ ਦਿੰਦੇ ਹਾਂ ਕਿ ਤਕੜੇ ਹੋਵੋ ਭਾਈ। ਅਜੇ ਹੁਣ ਅਗਲੇ ਪਾਸੇ ਚੱਲਦੇ ਹਾਂ। ਇਹ ਸੂਬੇ ਬਿਹਾਰ, ਉਧਰਲੇ ਪਾਸੇ ਯੂਪੀ, ਉਧਰਲੇ ਪਾਸੇ ਕਰਨਾਟਕ ਤੇ ਮਹਾਰਾਸ਼ਟਰ, ਇਹ 4 ਸੂਬੇ ਸਿੱਧੇ ਤੌਰ ਦੇ ਉੱਤੇ ਐਸੇ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਇੰਡੀਆ ਗੱਠਜੋੜ ਦੇ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਇੰਡੀਆ ਗੱਠਜੋੜ ਨੂੰ ਵੱਡੀ ਸੱਟ ਮਾਰੀ ਹੈ। ਤੇ ਦੂਸਰਾ, ਬੀਜੇਪੀ ਇੰਡੀਆ ਗੱਠਜੋੜ ਦੇ ਖਤਰੇ ਨੂੰ ਮਹਿਸੂਸ ਕਰਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਉਹ ਇੰਡੀਆ ਗੱਠਜੋੜ ਦੇ ਖਤਰੇ ਨੂੰ ਦੇਖ ਰਹੀ ਹੈ ਕਿ ਉਹ ਕਿੱਡਾ ਵੱਡਾ ਨੁਕਸਾਨ ਕਰ ਸਕਦੇ ਆ। ਇਸੇ ਕਰਕੇ ਉਹ ਹਰ ਇੱਕ ਛੋਟੇ ਛੂਬੇ 'ਚ ਵੀ ਯਤਨਸ਼ੀਲ ਹੈ। ਕਿਵੇਂ? ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜੇਜੇਪੀ ਦੇ ਨਾਲ ਸਾਂਝੀ ਸਰਕਾਰ ਹੈ ਤੇ 6 ਮਹੀਨੇ ਦਾ ਕਾਰਜਕਾਲ ਰਹਿ ਗਿਆ। ਜਨਨਾਇਕ ਜਨਤਾ ਪਾਰਟੀ ਦੇ ਬਹੁਤ ਸਾਰੇ ਲੀਡਰ ਬੀਜੇਪੀ ਦੇ ਉਲਟ ਬਿਆਨ ਵੀ ਦਿੰਦੇ ਆ, ਆਪਣੀ ਸਰਕਾਰ ਦੀਆਂ ਕਈ ਨੀਤੀਆਂ ਦੇ ਨਾਲ ਸਹਿਮਤ ਵੀ ਨਹੀਂ ਹੁੰਦੇ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਨਹੀਂ ਬਈ ਆਹ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਨੇ ਨਾ ਜੇਜੇਪੀ ਨੂੰ ਕੋਈ ਸੀਟ ਸੂਟ ਨਹੀਂ ਛੱਡਣੀ, ਪਰ ਇੱਥੇ ਵੀ ਉਹ ਜੇਜੇਪੀ ਨੂੰ ਨਾਲ ਰੱਖ ਰਿਹਾ। ਪਤਾ ਨਹੀਂ ਉਹ ਸੀਟਾਂ 1 ਦਿੰਦੇ ਆ ਕਿ 2 ਦਿੰਦੇ ਆ ਕਿ 3 ਦਿੰਦੇ ਆ 10 ਚੋਂ ਹਰਿਆਣੇ ਚੋਂ, ਪਰ ਜੇ ਜੇਜੇਪੀ ਦਾ ਸਾਥ ਉਹ ਨਹੀਂ ਛੱਡ ਰਿਹਾ ਤਾਂ ਉਹਦੇ ਪਿੱਛੇ ਕਾਰਨ ਸਿਰਫ ਇਹੀ ਹੈ ਕਿ ਹਰਿਆਣੇ ਦੀਆਂ 10 ਦੀਆਂ 10 ਸੀਟਾਂ ਭਾਰਤੀ ਜਨਤਾ ਪਾਰਟੀ ਆਪਣੇ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀ। ਇਸੇ ਕਰਕੇ ਜੇਜੇਪੀ ਦੀ ਬਹੁਤੀ ਲੋੜ ਨਹੀਂ, ਉਹਨਾਂ ਨੂੰ ਬਹੁਤੀ ਲੋੜ ਨਹੀਂ। ਮਨੋਹਰ ਲਾਲ ਖੱਟਰ ਹੋਰੀ ਆਪਣੇ ਦਮ ਦੇ ਉੱਤੇ ਕਈ ਕੁਛ ਕਰਦੇ ਆ ਕਿਉਂਕਿ ਕਾਂਗਰਸ 'ਚ ਉੱਥੇ ਫੁੱਟ ਪਈ ਹੈ, ਚੁਟਾਲੇ ਅਜੇ ਕਿਸੇ ਪਾਸੇ ਜੋਗੇ ਨਹੀਂ। ਬਹੁਜਨ ਸਮਾਜ ਪਾਰਟੀ ਉੱਥੇ ਬਹੁਤ ਜ਼ਿਆਦਾ ਅੱਗੇ ਪਾਸੇ ਵੱਧ ਨਹੀਂ ਰਹੀ। ਕਾਂਗਰਸ ਪਾਰਟੀ ਦੇ ਵਿੱਚ ਤਾਂ 6 ਧੜੇ ਬਣੇ ਹੋ ਆ। ਬੀਜੇਪੀ ਨੂੰ ਜੇ ਆਪਾਂ ਕਹੀਏ ਕਿ ਹਰਿਆਣੇ ਦੇ ਵਿੱਚੋਂ ਬਹੁਤ ਵੱਡਾ ਖਤਰਾ ਤੇ ਇਦਾਂ ਦੀ ਗੱਲ ਕੋਈ ਨਹੀਂ। ਇੰਡੀਆ ਗੱਠਜੋੜ ਉੱਥੇ ਹੋ ਨਹੀਂ ਰਿਹਾ। ਇਸ ਕਰਕੇ ਕੋਈ ਬਹੁਤ ਜ਼ਿਆਦਾ ਖਤਰਾ ਨਾ ਹੋਣ ਦੇ ਬਾਵਜੂਦ ਵੀ ਜਿਸ ਤਰੀਕੇ ਭਾਰਤੀ ਜਨਤਾ ਪਾਰਟੀ ਨੇ ਜੇਜੇਪੀ ਦੀ ਬਾਂਹ ਘੁੱਟ ਕੇ ਫੜੀ ਹੈ, ਇਹਦਾ ਮਤਲਬ ਉਹ ਜ਼ੋਖਮ ਤਾਂ ਲੈਣਾ ਹੀ ਨਹੀਂ ਚਾਹੁੰਦੇ। ਉਹ ਬਿਲਕੁਲ ਭਾਈਵਾਲਾ ਨੂੰ ਨਾਲ ਰੱਖ ਕੇ ਇੰਡੀਆ ਗੱਠਜੋੜ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ, ਕਿਉਂਕਿ ਭਲਕੇ ਨੂੰ ਜੇਜੇਪੀ ਨੂੰ ਇਹ ਛੱਡ ਦਿੰਦੇ, ਜੇਜੇਪੀ ਇੰਡੀਆ ਗੱਠਜੋੜ ਦੇ ਵਿੱਚ ਜਾ ਕੇ ਰਲ ਜਾਂਦੀ, 1-2 ਸੀਟਾਂ ਉਧਰੋਂ ਲੈ ਕੇ ਬੀਜੇਪੀ ਦੇ ਖਿਲਾਫ ਵੱਡਾ ਮੋਰਚਾ ਖੋਲ੍ਹ ਲੈਂਦੀ, ਨੁਕਸਾਨ ਹੋ ਸਕਦਾ ਸੀ। ਫਿਰ ਆਉਂਦੇ ਆ ਪੰਜਾਬ ਵਾਲੇ ਪਾਸੇ। ਹੁਣ ਪੰਜਾਬ 'ਚ ਕੀ ਹੈ? ਪੰਜਾਬ ਦੇ ਵਿੱਚ ਐਲਾਨ ਕੋਈ ਨਹੀਂ ਹੋਇਆ, ਪਰ ਜਿਸ ਤਰੀਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨੇ ਕਿਹਾ ਸੀ ਕਿ ਅਕਾਲੀ ਦਲ ਦੇ ਨਾਲ ਗੱਲ ਚੱਲ ਰਹੀ ਹੈ, ਫਾਈਨਲ ਨਹੀਂ ਹੋਇਆ। ਪੰਜਾਬ ਦੀਆਂ 13 ਸੀਟਾਂ ਨੇ, ਬੀਜੇਪੀ ਨੂੰ ਪਿਛਲੀ ਵਾਰੀ 2 ਹੀ ਮਿਲੀਆਂ ਸੀ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਦੀ ਚਰਚਾ ਚੱਲੀ ਜਾਂਦੀ ਸੀ ਤੇ ਜੇ ਗੱਠਜੋੜ ਹੁੰਦਾ ਤੇ ਬਹੁਤੇ ਲੋਕਾਂ ਨੂੰ ਲੱਗਦਾ ਸੀ ਸ਼ਾਇਦ ਹੁੰਜਾ ਹੀ ਫੇਰ ਲੈਣ। ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਹੈ, ਬੀਜੇਪੀ ਕਹਿੰਦੀ ਹੈ ਕਿ ਸਾਡੀ ਗੱਲ ਚੱਲ ਰਹੀ ਹੈ। ਇਨਕਾਰ ਅਕਾਲੀ ਦਲ ਵੀ ਨਹੀਂ ਕਰਦਾ। ਤੁਸੀਂ ਅਕਾਲੀ ਦਲ ਦੇ ਕਿਸੇ ਲੀਡਰ ਦਾ ਬਿਆਨ ਕਦੇ ਸੁਣਿਆ ਕਿ ਨਾ ਅਸੀਂ ਤਾਂ ਗੱਠਜੋੜ ਕਰਨਾ ਹੀ ਨਹੀਂ, ਨਾ ਸਾਡੀ ਕੋਈ ਗੱਲਬਾਤ ਨਹੀਂ ਚੱਲ ਰਹੀ? ਨਾ। ਉਹ ਜੇ ਅਕਾਲੀ ਦਲ ਦੇ ਕਿਸੇ ਲੀਡਰ ਨੂੰ ਪੁੱਛੋ ਜੀ ਕਿੱਦਾਂ ਤੁਹਾਡਾ, ਉਹ ਕਹਿੰਦੇ ਸਾਡਾ ਗੱਠਜੋੜ ਬਹੁਜਨ ਸਮਾਜ ਪਾਰਟੀ ਦੇ ਨਾਲ ਹੈ ਤੇ ਸਾਡੀ ਅਜੇ ਸਾਨੂੰ ਬਾਕੀ ਨਹੀਂ ਪਤਾ, ਅਸੀਂ ਤਾਂ ਆਪਣੀ ਪੰਜਾਬ ਬਚਾਓ ਯਾਤਰਾ 'ਚ ਰੁੱਝੇ ਹਾਂ। ਉਹ ਇੱਕ ਵਾਰੀ ਵੀ ਨਹੀਂ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਡਾ ਕੋਈ ਗੱਠਜੋੜ ਨਹੀਂ ਹੋ ਰਿਹਾ। ਇਹਦਾ ਮਤਲਬ ਕਿ ਅੰਦਰ ਖਾਤੇ ਸਿਆਸੀ ਤੌਰ ਦੇ ਉੱਤੇ ਕਿਤੇ ਨਾ ਕਿਤੇ ਤਾਰ ਨੂੰ ਟੇਪ ਲਾਉਣ ਦਾ ਯਤਨ ਤਾਂ ਕੀਤਾ ਜਾ ਰਿਹਾ। ਤੇ ਜੇ ਪੰਜਾਬ 'ਚ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੋ ਜਾਂਦਾ, ਇਹ ਬਰਾਬਰ ਦੀ ਟੱਕਰ ਦੇਣਗੇ। ਕਿਉਂਕਿ ਆਪਾਂ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇਖ ਲਈਏ, ਅਕਾਲੀ ਦਲ ਤੇ ਭਾਜਪਾ ਦੀਆਂ ਵੋਟਾਂ ਮਿਲਾ ਕੇ ਦੇਖ ਲਓ 3 ਲੱਖ ਬਣਦੀਆਂ, 3 ਲੱਖ ਤੇ ਪੂਰੇ ਮੁਕਾਬਲੇ 'ਚ ਆਉਂਦੇ ਆ। ਤਾਂ ਜੇ ਆਪਾਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇਖ ਲਈਏ, ਉੱਥੇ ਵੀ ਜੇ ਆਪਾਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀਆਂ ਵੋਟਾਂ ਮਿਲਾ ਲਈਏ ਤਾਂ ਚੋਖੀਆਂ ਬਣਦੀਆਂ, ਮੁਕਾਬਲੇ 'ਚ ਆਉਂਦੇ ਆ। ਇਸ ਕਰਕੇ ਜੇ ਬਸਪਾ, ਅਕਾਲੀ ਦਲ ਤੇ ਭਾਜਪਾ ਦਾ ਕਿਤੇ ਉੱਥੇ ਗੱਠਜੋੜ ਹੋ ਜਾਂਦਾ, ਜਿਹਦੇ ਦਰਵਾਜ਼ੇ ਖੁੱਲ੍ਹੇ ਆ, ਦੇਸ਼ ਦੇ ਗ੍ਰਹਿ ਮੰਤਰੀ ਤੇ ਮੋਦੀ ਸਾਹਿਬ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵਿੱਚ ਦੂਸਰੀ ਪੋਜੀਸ਼ਨ ਦੇ ਉੱਤੇ ਨੇ ਅਮਿਤ ਸ਼ਾਹ ਸਾਹਿਬ। ਉਹ ਇੱਕ ਇੰਟਰਵਿਊ ਦੇ ਵਿੱਚ ਸੀ, ਉੱਥੇ ਉਹਨਾਂ ਨੇ ਪੁੱਛਿਆ ਜੀ ਪੰਜਾਬ 'ਚ ਕਿੱਦਾਂ? ਉਹ ਕਹਿੰਦੇ ਜੀ ਅਕਾਲੀ ਦਲ ਦੇ ਨਾਲ ਗੱਲਬਾਤ ਤਾਂ ਚੱਲ ਰਹੀ ਹੈ, ਪਰ ਜੇ ਕਿਸੇ ਸਿਰੇ ਨਹੀਂ ਲੱਗੀ। ਇਹਦਾ ਮਤਲਬ ਹੈ ਕਿ ਪੰਜਾਬ ਦੀਆਂ 13 ਸੀਟਾਂ ਇੰਡੀਆ ਗੱਠਜੋੜ ਦੇ 2 ਖਿਡਾਰੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਹੱਥ ਸੁਖਾਲੀਆਂ ਉਹ ਨਹੀਂ ਜਾਣ ਦੇਣਾ ਚਾਹੁੰਦੇ। ਜਾਣੀ ਜੇ ਇੱਥੇ ਜੇ ਅਨਾਉਂਸ ਨਹੀਂ ਵੀ ਹੋਇਆ, ਚਰਚਾ ਚੱਲਦੀ ਹੈ। ਫਿਰ ਆਪਾਂ ਅੱਗੇ ਚੱਲਦੇ ਹਾਂ। ਹਰਿਆਣਾ ਤੋਂ ਬਾਅਦ ਇੱਕ ਹੋਰ ਸੂਬਾ, ਉਹ ਸੂਬਾ ਦਿੱਲੀ। ਹੁਣ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਹੈ, ਛੋਟੇ ਬੰਦਿਆਂ ਨੂੰ ਉਹ ਤੋੜ ਰਹੇ ਹੈ, ਨਿੱਕੀਆਂ ਪਾਰਟੀਆਂ ਦੇ ਵਿੱਚੋਂ ਬੰਦਿਆਂ ਨੂੰ ਉਹ ਲੈ ਕੇ ਆ ਰਹੇ ਹੈ ਕਿ ਆਪਾਂ ਭਾਈ ਜਾਣ ਨਹੀਂ ਦੇਣੇ ਉੱਥੇ। ਕਿਉਂਕਿ ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਨੇ 7 ਸੀਟਾਂ ਜਿੱਤੀਆਂ ਸੀ
ਤੇ 7 ਹੀ ਕੁੱਲ ਸਨ। ਐਤਕੀ ਵੀ ਬੀਜੇਪੀ ਚਾਹੁੰਦੀ ਹੈ ਕਿ ਸਾਨੂੰ ਉੱਥੋਂ ਇੱਕ ਵੀ ਸੀਟ ਦਾ ਜੇ ਘਾਟਾ ਨਾ ਪਵੇ ਤੇ ਗੱਲ ਤਾਂ ਬਣਦੀ ਹੈ। ਸੋ ਕੁੱਲ ਮਿਲਾ ਕੇ ਇਹ 3 ਸੂਬੇ ਜਿੱਥੇ ਅਜੇ ਅਨਾਉਂਸ ਤਾਂ ਕੁਝ ਨਹੀਂ ਹੋਇਆ, ਨਾ ਦਿੱਲੀ 'ਚ, ਨਾ ਹਰਿਆਣਾ 'ਚ ਤੇ ਨਾ ਪੰਜਾਬ 'ਚ, ਤੇ 13 ਤੇ 7 20 ਤੇ 10 30 ਸੀਟਾਂ ਬਣਦੀਆਂ, ਜਿਹੜੀ 31ਵੀਂ ਚੰਡੀਗੜ੍ਹ ਦੀ। ਸੋ ਇਹ 31 ਲੋਕ ਸਭਾ ਦੀਆਂ ਸੀਟਾਂ ਦੇ ਉੱਤੇ ਵੀ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਯਤਨਸ਼ੀਲ ਹੈ। ਆਪਾਂ ਅਜੇ ਇੰਡੀਆ ਗੱਠਜੋੜ ਦੀ ਵੀ ਗੱਲ ਕਰਨੀ ਹੈ। ਕੌਣ ਅਗਲੀ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠੇਗਾ? ਕੀ ਨਰਿੰਦਰ ਮੋਦੀ ਸਾਹਿਬ ਨੂੰ ਭਾਰਤ ਦੀ ਕੋਈ ਸਿਆਸੀ ਤਾਕਤ ਇਸ ਵੇਲੇ ਟੱਕਰ ਦੇਣ ਦੀ ਹਾਲਤ ਦੇ ਵਿੱਚ ਹੈ? ਜਿਨ੍ਹਾਂ ਨੇ ਟੱਕਰ ਦੇਣੀ ਸੀ ਇੰਡੀਆ ਗੱਠਜੋੜ ਨੇ, ਉਹਨਾਂ ਦੀ ਇਸ ਵੇਲੇ ਸਥਿਤੀ ਕੀ ਹੈ? ਦੇਖੋ, ਬਹੁਤ ਵਾਰ ਪ੍ਰਾਈਮ ਏਸ਼ੀਆ ਟੀਵੀ ਦੇ ਕੁਝ ਇੱਕ ਪਰਿਵਾਰ ਦੇ ਮੈਂਬਰ ਵੀ ਨਾਰਾਜ਼ ਹੋ ਜਾਂਦੇ, ਤੁਸੀਂ ਤਾਂ ਜੀ ਬੀਜੇਪੀ ਨੂੰ ਕਹੀ ਜਾਣੇ ਜਿੱਤ ਜਾਣਾ। ਅਸੀਂ ਬਿਲਕੁਲ ਨਹੀਂ ਕਹਿੰਦੇ, ਕਿਉਂਕਿ ਵੋਟਰ ਨੇ ਵੋਟ ਪਾਉਣੀ ਹੈ। ਵੋਟਰ ਪਲਟਣ ਲੱਗਾ ਨਹੀਂ ਦੇਖਦਾ। ਸੰਗਰੂਰ ਦੇ ਵਿੱਚ ਕਿਸੇ ਨੇ ਚਿਤਵਿਆ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ MP ਬਣ ਜਾਣਗੇ, ਪਰ ਉਹ ਬਣੇ। ਵੱਡੀਆਂ ਵੱਡੀਆਂ ਸਿਆਸੀ ਪਾਰਟੀਆਂ ਦੇ ਨਾਸੀ ਧੂੰਆਂ ਉਹਨਾਂ ਨੇ ਲਿਆਤਾ। ਆਜ਼ਾਦ ਬੰਦੇ ਜਿੱਤਦੇ ਰਹੇ ਆ। ਸੰਗਤ ਸਿੰਘ ਗਿਲਜੀਆਂ ਟਾਂਡੇ ਤੋਂ ਜਿੱਤ ਗਿਆ ਸੀ, ਇੱਕ ਵਾਰੀ ਮੁਕੇਰੀਆਂ ਤੋਂ ਜਿੱਤ ਗਿਆ ਸੀ ਆਜ਼ਾਦ ਤੌਰ ਦੇ ਉੱਤੇ। ਇੱਕ ਕਾਂਗਰਸ ਪਾਰਟੀ ਨੇ ਟਿਕਟ ਨਹੀਂ ਸੀ ਦਿੱਤੀ ਉਹਨਾਂ ਨੂੰ, ਮੁੜ ਕੇ ਕਾਂਗਰਸ ਪਾਰਟੀ ਵੱਲੋਂ ਵੀ ਇਲੈਕਸ਼ਨ ਲੜੇ। ਹੋਰ ਵੀ ਕਈ ਬੰਦੇ ਆਜ਼ਾਦ ਜਿੱਤਦੇ ਰਹੇ ਹੈ। ਹੁਣ ਇਸ ਕਰਕੇ ਕੋਈ ਪਤਾ ਨਹੀਂ ਹੁੰਦਾ, ਇਹ ਗਿਣਤੀਆਂ ਮਿਣਤੀਆਂ, ਇਹ ਗੱਠਜੋੜ ਕਈ ਵਾਰੀ ਧਰੇ ਧਰਾਏ ਰਹਿ ਜਾਂਦੇ ਹੁੰਦੇ ਆ। ਪਰ ਫਿਰ ਵੀ ਹਾਲਾਤ ਕੀ ਨੇ, ਜ਼ਮੀਨ ਕੀ ਕਹਿੰਦੀ ਹੈ? ਸਵਾਲ ਇਹ ਪੈਦਾ ਹੁੰਦਾ ਕਿ ਕੀ ਇੰਡੀਆ ਗੱਠਜੋੜ ਵਾਲੇ ਸੱਚੀ ਮੁੱਚੀ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਚਾਹੁੰਦੇ ਆ? ਕਿ ਇੰਡੀਆ ਗੱਠਜੋੜ ਵਾਲਿਆਂ ਦੇ ਮਨ ਦੇ ਵਿੱਚ ਹੈਗਾ ਕਿ ਅਸੀਂ 2024 ਤੋਂ ਲੈ ਕੇ ਤੇ 2029 ਤੱਕ ਭਾਰਤ ਦੇ ਉੱਤੇ ਆਪ ਰਾਜ ਕਰੀਏ? ਜੇ ਉਹਨਾਂ ਨੂੰ ਬੀਜੇਪੀ ਏਡੀ ਵੱਡੀ ਸ਼ਕਤੀ ਲੱਗਦੀ ਹੈ, ਜਾਂ ਜਿਵੇਂ ਉਹ ਕਹਿੰਦੇ ਨੇ ਕਿ ਬੀਜੇਪੀ ਨੇ ਦੇਸ਼ ਨੂੰ ਪਤਾ ਨਹੀਂ ਕੀ ਕਰ ਦੇਣਾ, ਜੇ ਉਹਨਾਂ ਨੂੰ ਲੱਗਦਾ ਕਿ ਉਹ ਦੇਸ਼ ਲਈ ਚੰਗੇ ਨਹੀਂ, ਤਾਂ ਫਿਰ ਸੀਟਾਂ ਘੱਟ ਵੱਟ ਦੇ ਉੱਤੇ ਮੰਨੋ। ਹੁਣ ਇੰਡੀਆ ਗੱਠਜੋੜ ਨੂੰ ਇੱਕ ਪਾਸੇ ਤਾਂ ਬੀਜੇਪੀ ਹੌਲੀ ਹੌਲੀ ਭੁਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਵੇਂ ਆਪਾਂ ਜ਼ਿਕਰ ਕੀਤਾ ਬਿਹਾਰ ਤੋਂ ਲੈ ਕੇ ਦਿੱਲੀ ਤੱਕ ਦਾ। ਦੂਸਰੇ ਪਾਸੇ ਇਹਨਾਂ ਦੀਆਂ ਆਪਣੀਆਂ ਅੰਦਰੂਨੀ ਕਮਜ਼ੋਰੀਆਂ ਵੀ ਇੰਡੀਆ ਗੱਠਜੋੜ ਦੇ ਲਈ ਸਮੱਸਿਆ ਬਣ ਰਹੀਆਂ। ਉਦਾਹਰਣ, ਪੱਛਮੀ ਬੰਗਾਲ ਦੇ ਵਿੱਚ 42 ਲੋਕ ਸਭਾ ਦੀਆਂ ਸੀਟਾਂ ਨੇ। ਪਿਛਲੀ ਵਾਰ 42 ਦੇ ਵਿੱਚੋਂ 22 ਸੀਟਾਂ ਤ੍ਰਿਣਮੂਲ ਕਾਂਗਰਸ ਨੇ ਜਿੱਤੀਆਂ, 18 ਸੀਟਾਂ ਜਿੱਤੀਆਂ ਸੀ ਭਾਰਤੀ ਜਨਤਾ ਪਾਰਟੀ ਨੇ, ਤੇ ਬਾਕੀ ਬਚਦੀਆਂ 2 ਸੀਟਾਂ ਜਿੱਤੀਆਂ ਸੀ ਕਾਂਗਰਸ ਨੇ। ਖੱਬੇ ਪੱਖੀ ਭਾਵੇਂ ਜੋਤੀ ਬਾਸੂ ਹੋਰਾਂ ਦੀ ਅਗਵਾਈ ਦੇ ਵਿੱਚ ਲੰਬਾ ਸਮਾਂ ਦਹਾਕਿਆਂ ਤੱਕ ਉੱਥੇ ਸਰਕਾਰ ਚਲਾਉਂਦੇ ਰਹੇ, ਪਰ ਇਸ ਵੇਲੇ ਉਹ ਤੀਸਰੇ ਚੌਥੇ ਨੰਬਰ ਦੀ ਧਿਰ ਬਣ ਚੁੱਕੇ ਆ। ਤੇ ਜਦੋਂ ਇੰਡੀਆ ਗੱਠਜੋੜ ਹੋਇਆ ਤੇ ਸਾਰਿਆਂ ਨੂੰ ਲੱਗਾ ਲੈ ਬਈ ਹੁਣ ਤਾਂ ਤ੍ਰਿਣਮੂਲ ਕਾਂਗਰਸ ਵੀ ਇੰਡੀਆ ਗੱਠਜੋੜ 'ਚ, ਮਮਤਾ ਬੈਨਰਜੀ, ਹੁਣ ਉੱਥੇ ਕਾਂਗਰਸ ਵੀ ਇੰਡੀਆ ਗੱਠਜੋੜ 'ਚ, ਉੱਥੇ ਖੱਬੇ ਪੱਖੀ ਵੀ ਇੰਡੀਆ ਗੱਠਜੋੜ 'ਚ, ਕਿ ਜਦੋਂ ਤ੍ਰਿਣਮੂਲ ਕਾਂਗਰਸ ਤੇ ਖੱਬੇ ਪੱਖੀ ਇੱਕ ਮੰਚ ਦੇ ਉੱਤੇ ਆ ਗਏ, ਫਿਰ ਤਾਂ 42 ਦੀਆਂ 42 ਸੀਟਾਂ ਪੱਛਮੀ ਬੰਗਾਲ ਦੀਆਂ ਹੂੰਝ ਕੇ ਲੈ ਜਾਣਗੇ। ਬੀਜੇਪੀ ਜਾਣੀ ਕਿ NDA ਜਾਣੀ ਕਿ ਮੋਦੀ ਸਾਹਿਬ ਨੂੰ 18 ਸੀਟਾਂ ਦਾ ਘਾਟਾ ਪੈ ਜੂ, ਜਿਹੜੀਆਂ 18 ਸੀਟਾਂ ਉਹਨਾਂ ਨੇ ਪੱਛਮੀ ਬੰਗਾਲ ਦੇ ਵਿੱਚ 2019 'ਚ ਜਿੱਤੀਆਂ ਸੀ। ਪਰ ਮਹੀਨੇ ਦੇ ਵਿੱਚ ਹੀ ਪਟਾਕੇ ਪੈ ਗਏ। ਬੀਬੀ ਮਮਤਾ ਬੈਨਰਜੀ, ਉਹਨਾਂ ਨੇ ਅੱਡ ਚੱਲਣ ਦਾ ਤਕਰੀਬਨ ਐਲਾਨ ਕਰ ਦਿੱਤਾ। ਉਹ ਕਹਿੰਦੇ ਜੀ 42 ਸੀਟਾਂ ਨੇ, 40 ਦੇ ਉੱਤੇ ਅਸੀਂ ਆਪਣੇ ਬੰਦੇ ਖੜੇ ਕਰਨੇ ਆ। ਜਿਹੜੀਆਂ 2 ਸੀਟਾਂ ਪਿਛਲੀ ਵਾਰੀ ਕਾਂਗਰਸ ਪਾਰਟੀ ਨੇ ਜਿੱਤੀਆਂ ਸੀ, ਉਹ 2 ਸੀਟਾਂ ਅਸੀਂ ਕਾਂਗਰਸ ਪਾਰਟੀ ਨੂੰ ਛੱਡ ਦਿੰਦੇ ਆ। ਖੱਬੇ ਪੱਖੀਆਂ ਨੂੰ ਕੋਈ ਸੀਟ ਨਹੀਂ ਦੇਣੀ, ਕਿਉਂਕਿ ਉਹਨਾਂ ਦੇ ਪੱਲੇ ਸਿਆਸੀ ਤੌਰ ਤੇ ਹੈ ਕੁਛ ਨਹੀਂ। ਕਿਉਂਕਿ ਖੱਬੇ ਪੱਖੀਆਂ ਨੂੰ ਹਰਾ ਕੇ ਤਾਂ ਬੀਬੀ ਸੱਤਾ 'ਚ ਆਈ ਸੀ, ਤੇ ਉਸੇ ਹੀ ਖੱਬੇ ਪੱਖੀਆਂ ਦੇ ਨਾਲ ਸਮਝੌਤਾ ਕਿੱਦਾਂ ਕਰ ਲਵੇ? ਤੇ ਕਾਂਗਰਸ ਪਾਰਟੀ ਨੇ ਜਦੋਂ ਕਿਹਾ ਨਹੀਂ ਜੀ ਖੱਬੇ ਪੱਖੀਆਂ ਨੂੰ ਵੀ ਵਿੱਚ ਰੱਖਣਾ, ਬੀਬੀ ਜੀ ਕਹਿੰਦੇ ਠੀਕ ਹੈ, 40 ਸੀਟਾਂ ਤੇ ਅਸੀਂ ਬੰਦੇ ਖੜੇ ਕਰਨੇ ਆ, 2 ਸੀਟਾਂ ਤੁਹਾਨੂੰ ਛੱਡੀਆਂ, ਤਾਂ ਜੇ ਤੁਹਾਨੂੰ ਲੱਗਦਾ ਹੈ ਕਿ ਖੱਬੇ ਪੱਖੀਆਂ ਨੂੰ ਕੋਈ ਸੀਟ ਦੇਣੀ ਚਾਹੀਦੀ ਹੈ ਤੇ ਆਪਣੀਆਂ 2 ਦੇ ਵਿੱਚੋਂ 1 ਸੀਟ ਉਹਨਾਂ ਨੂੰ ਦੇ ਦਿਓ। ਹੁਣ ਕਾਂਗਰਸ ਪਾਰਟੀ ਆਪਣੀਆਂ ਜਿੱਤੀਆਂ ਸੀਟਾਂ ਦੇ ਵਿੱਚੋਂ ਖੱਬੇ ਪੱਖੀਆਂ ਨੂੰ 1 ਸੀਟ ਕਿਵੇਂ ਦੇ ਦੇਵੇ? ਤੇ ਵੈਸੇ ਵੀ ਕਾਂਗਰਸ ਪਾਰਟੀ 10 ਸੀਟਾਂ ਮੰਗਦੀ ਸੀ ਕਿ 32 ਦੇ ਤੁਸੀਂ ਲੜ ਲਓ, 10 ਸੀਟਾਂ ਸਾਨੂੰ ਛੱਡ ਦਿਓ। ਤੇ ਮਮਤਾ ਬੈਨਰਜੀ ਨੇ ਕਹਿ ਦਿੱਤਾ ਚਲੋ ਠੀਕ ਹੈ, ਜੇ ਫਿਰ ਆਹੀ ਗੱਲ ਹੈ ਤੁਸੀਂ ਵੀ ਲੜ ਲਓ, ਅਸੀਂ ਵੀ ਲੜ ਲੈਂਦੇ ਹਾਂ। ਸੋ ਪੱਛਮੀ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ਤੇ ਜਿਹੜੀ ਮੌਜੂਦਾ ਸਥਿਤੀ ਬਣੀ ਹੈ, ਉੱਥੇ ਵੀ ਬੀਜੇਪੀ ਦੇ ਖਿਲਾਫ ਇੰਡੀਆ ਗੱਠਜੋੜ ਦੀ ਅੰਦਰੂਨੀ ਫੁੱਟ ਦੇ ਕਰਕੇ ਇੱਕ ਸਾਂਝਾ ਉਮੀਦਵਾਰ ਨਹੀਂ ਹੋਏਗਾ। ਉੱਥੇ ਇੱਕ ਪਾਸੇ ਬੀਜੇਪੀ ਦਾ ਉਮੀਦਵਾਰ ਹੋਏਗਾ ਤੇ ਦੂਸਰੇ ਪਾਸੇ ਇੱਕ ਉਮੀਦਵਾਰ ਹੋਏਗਾ ਤ੍ਰਿਣਮੂਲ ਕਾਂਗਰਸ ਦਾ, ਦੂਸਰਾ ਉਮੀਦਵਾਰ ਹੋਏਗਾ ਖੱਬੇ ਪੱਖੀਆਂ ਦਾ ਤੇ ਕਾਂਗਰਸੀਆਂ ਦਾ ਸਾਂਝਾ। ਵੋਟਾਂ ਤਾਂ ਫਿਰ ਬੀਜੇਪੀ ਦੀਆਂ ਖਿਲਾਫ ਦੀਆਂ ਵੰਡੀਆਂ ਗਈਆਂ ਨਾ। ਫਿਰ ਬੀਜੇਪੀ ਜੇ 40% ਵੋਟਾਂ ਵੀ ਹਰ ਸੀਟ ਤੋਂ ਲੈ ਗਈ, 30% ਇਹ ਲੈ ਕੇ ਭਾਵੇਂ ਇਹਨਾਂ ਦੇ ਕੋਲੇ ਵੋਟਾਂ 60% ਹੋਣਗੀਆਂ, ਪਰ ਕੈਂਡੀਡੇਟ 2 ਖੜੇ ਹੋਣ ਦੇ ਕਰਕੇ ਇਹ ਬੀਜੇਪੀ ਨੂੰ ਹਰਾ ਨਹੀਂ ਸਕਣਗੇ। ਸੋ ਪੱਛਮੀ ਬੰਗਾਲ ਵਰਗੇ 42 ਲੋਕ ਸਭਾ ਸੀਟਾਂ ਵਾਲੇ ਸੂਬੇ ਦੇ ਵਿੱਚ ਵੀ ਜੋ ਹਾਲਾਤ ਇੰਡੀਆ ਗੱਠਜੋੜ ਦੀ ਆਪਣੀ ਫੁੱਟ ਦੇ ਕਰਕੇ ਬਣੇ ਆ, ਉਹਦਾ ਲਾਭ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ NDA ਜਾਂ ਮੋਦੀ ਸਾਹਿਬ ਨੂੰ ਮਿਲੇਗਾ। ਜੇ ਇਹਨਾਂ 'ਚ ਗੱਲ ਬਣਦੀ ਨਹੀਂ
ਪਰ ਬਣਨੀ ਹੈ ਨਹੀਂ। ਮਮਤਾ ਬੈਨਰਜੀ ਨੇ ਸਾਫ਼ ਸਪਸ਼ਟ ਕਹਿਤਾ ਕਿ ਖੱਬੇ ਪੱਖੀਆਂ ਨਾਲ ਅਸੀਂ ਨਹੀਂ ਤੁਰ ਸਕਦੇ। ਦੂਸਰਾ, ਇਹਦੇ ਤੋਂ ਅੱਗੇ ਆਉਂਦੇ ਹਾਂ, ਜੇ ਆਪਾਂ ਭੁਰਾ ਅੱਗੇ ਤੁਰੀਏ ਤਾਂ ਫਿਰ ਗੱਲ ਆਪਣੀ ਹਰਿਆਣੇ ਦੀ ਕਰਨ ਵਾਲੀ ਹੈ। ਹਰਿਆਣੇ ਦੇ ਵਿੱਚ ਭੁਪਿੰਦਰ ਸਿੰਘ ਹੁੱਡਾ ਨੇ ਸਿੱਧਾ ਕਹਿਤਾ, ਉਹ ਕਹਿੰਦੇ ਨਾ ਬਿਲਕੁਲ ਨਹੀਂ, ਇਹ ਹੋ ਹੀ ਨਹੀਂ ਸਕਦਾ, ਕਹਾਣੀ ਅੱਗੇ ਨੂੰ ਤੁਰਨੀ ਹੀ ਨਹੀਂ, ਅਸੀਂ 10 ਦੀਆਂ 10 ਸੀਟਾਂ ਤੇ ਚੋਣ ਲੜਨੀ, ਆਮ ਆਦਮੀ ਪਾਰਟੀ ਨਾਲ ਸਾਡਾ ਲੈਣਾ ਦੇਣਾ ਹੀ ਕੋਈ ਨਹੀਂ। ਤਾਂ ਜੇ ਹਰਿਆਣੇ ਦੇ ਵਿੱਚ ਵੀ ਆਹ ਕੁਛ ਹੋਇਆ, ਜੇ ਉੱਥੇ ਆਮ ਆਦਮੀ ਪਾਰਟੀ ਨੇ 10 ਉਮੀਦਵਾਰ ਆਪਣੇ ਖੜੇ ਕੀਤੇ, ਕਾਂਗਰਸ ਪਾਰਟੀ ਨੇ 10 ਉਮੀਦਵਾਰ ਆਪਣੇ ਖੜੇ ਕੀਤੇ, ਮੈਂ ਕਹਿੰਦਾ ਕਿ ਹਰ ਹਲਕੇ ਤੋਂ ਜੇ ਆਮ ਆਦਮੀ ਪਾਰਟੀ 25-25 30-30 ਹਜ਼ਾਰ ਵੀ ਵੋਟਾਂ ਲੈ ਕੇ ਜਾਂਦੀ ਹੈ ਤੇ ਕਈ ਵਾਰੀ 10,000 ਫਰਕ ਦੇ ਨਾਲ ਹੀ ਕੋਈ ਬੰਦਾ ਜਿੱਤਿਆ ਹੁੰਦਾ। ਇਸ ਕਰਕੇ ਜਿਹੜਾ ਘਾਟਾ ਪੱਛਮੀ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਕਰਕੇ ਪਊਗਾ, ਉਹ ਘਾਟਾ ਹਰਿਆਣੇ ਦੇ ਵਿੱਚ ਭੁਪਿੰਦਰ ਸਿੰਘ ਹੁੱਡਾ ਜਾਂ ਕਾਂਗਰਸ ਪਾਰਟੀ ਦੀ ਸੂਬੇ ਦੀ ਲੀਡਰਸ਼ਿਪ ਦੀ ਜ਼ਿੱਦ ਕਰਕੇ ਵੀ ਪੈ ਸਕਦਾ। ਤੇ ਲਾਭ ਕਿਹਨੂੰ ਹੋਣਾ ਭਾਈ? ਭਾਰਤੀ ਜਨਤਾ ਪਾਰਟੀ ਨੂੰ। ਅਗਲੇ ਕਹਿਣਗੇ ਭਾਈ ਵੰਡੋ ਵੋਟਾਂ ਸਾਡੇ ਖਿਲਾਫ, ਅਸੀਂ ਤਾਂ ਆਪਣਾ ਵੋਟ ਬੈਂਕ ਕਾਇਮ ਰੱਖਣਾ। ਖੱਟਰ ਸਾਹਿਬ ਤਾਂ ਖੁਸ਼ੀ ਬਹੁਤ ਹੋਣੇ ਆ। ਫਿਰ ਆਪਾਂ ਇੱਕ ਗੱਲ ਕਰਨੀ ਹੈ ਆਂਧਰਾ ਪ੍ਰਦੇਸ਼ ਦੀ। ਤੁਸੀਂ ਆਂਧਰਾ ਪ੍ਰਦੇਸ਼ ਦੇ ਵਿੱਚ ਦੇਖੋ, ਆਂਧਰਾ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੀ ਕਰ ਰਹੀ ਹੈ? YSR ਕਾਂਗਰਸ ਦੇ ਜਗਨਮੋਹਨ ਰੈੱਡੀ ਨੇ, ਉਹਨਾਂ ਦੇ ਨਾਲ BJP ਦੀ ਸਾਂਝ ਹੈ, ਕਿਉਂਕਿ ਆਂਧਰਾ ਪ੍ਰਦੇਸ਼ ਦੇ ਵਿੱਚ 25 ਲੋਕ ਸਭਾ ਦੀਆਂ ਸੀਟਾਂ ਜਿੱਥੇ ਤੱਕ ਮੈਨੂੰ ਲੱਗਦਾ ਹੈ। ਹੁਣ ਉਹ ਜਿਹੜੀਆਂ 25 ਲੋਕ ਸਭਾ ਦੀਆਂ ਸੀਟਾਂ ਆਂਧਰਾ ਦੀਆਂ ਨੇ, ਜਗਨਮੋਹਨ ਰੈੱਡੀ ਦੀ ਸਰਕਾਰ ਹੈ, ਉੱਥੇ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਨਾਲ ਭਾਈਵਾਲ ਹੈ। ਤੇ ਨਾਲ ਤੇਲਗੂ ਦੇਸਮ ਪਾਰਟੀ ਦੇ ਚੰਦਰ ਬਾਬੂ ਨਾਇਡੂ ਨਾਲ ਵੀ ਗੱਲਬਾਤ ਚੱਲੀ ਜਾਂਦੀ ਹੈ, ਕਿਉਂਕਿ BJP ਨੂੰ ਪਤਾ ਹੈ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਉਹਨਾਂ ਨੂੰ ਆਪਣੇ ਬਲਬੂਤੇ ਕੁਛ ਨਹੀਂ ਮਿਲਣਾ। 25 ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਕਿ 2 ਜਾਂ 1 ਸੀਟ ਵੀ ਭਾਰਤੀ ਜਨਤਾ ਪਾਰਟੀ ਜਿੱਤ ਸਕਦੀ ਹੈ, ਤੇ ਇਸ ਸੱਚ ਦਾ ਉਹਨਾਂ ਨੂੰ ਪਤਾ ਹੈ। ਇਸੇ ਕਰਕੇ YSR ਕਾਂਗਰਸ ਤੇ YSR ਕਾਂਗਰਸ ਦੀ ਧੁਰ ਵਿਰੋਧੀ ਜਿਹੜੀ ਹੈ, ਉਹ ਤੇਲਗੂ ਦੇਸਮ ਪਾਰਟੀ ਦੇ ਨਾਲ ਉਹ ਸਾਂਝਾ ਸਮਝੌਤਾ ਕਰਨਾ ਚਾਹੁੰਦੇ ਆ, ਤੇ ਉਹਦੇ ਵਿੱਚ ਉਹ ਕਾਫੀ ਹੱਦ ਤੱਕ ਸਫਲ ਹੁੰਦੇ ਵੀ ਨਜ਼ਰ ਆਉਂਦੇ ਆ। ਤੇ ਉੱਥੇ ਫਿਰ ਇੰਡੀਆ ਗੱਠਜੋੜ ਦੇ ਪੱਲੇ ਕੀ ਹੈ ਕਿ ਕਾਂਗਰਸ ਪਾਰਟੀ ਇਕੱਲੀ ਇਹਨਾਂ 3 ਧਿਰਾਂ ਦਾ ਆਂਧਰਾ ਪ੍ਰਦੇਸ਼ ਦੇ ਵਿੱਚ ਮੁਕਾਬਲਾ ਕਰ ਲਊ? ਮੁਸ਼ਕਲ ਹੋ ਜੂਗੀ। ਹੁਣ ਉੱਥੇ ਵੀ ਇੰਡੀਆ ਗੱਠਜੋੜ ਨੂੰ ਕੋਈ ਨਾ ਕੋਈ ਆਪਣਾ ਸਿਆਸੀ ਹਾਂਡੀ ਲੱਭਣਾ ਪਊਗਾ, ਪਰ ਕੋਈ ਬਹੁਤਾ ਵੱਡਾ ਸਿਆਸੀ ਹਾਂਡੀ ਲੱਭ ਨਹੀਂ ਰਿਹਾ। ਦਿੱਲੀ ਦੀਆਂ 7 ਲੋਕ ਸਭਾ ਦੀਆਂ ਸੀਟਾਂ ਨੇ, ਉਹਨਾਂ 7 ਸੀਟਾਂ ਤੇ ਪਿਛਲੀ ਵਾਰ, ਉਹਦੇ ਤੋਂ ਪਿਛਲੀ ਵਾਰ ਵੀ ਭਾਰਤੀ ਜਨਤਾ ਪਾਰਟੀ ਜਿੱਤੀ। ਅੱਜ ਤੱਕ ਕਾਂਗਰਸ ਪਾਰਟੀ ਦਾ ਕਦੀ ਉੱਥੇ ਖਾਤਾ ਨਹੀਂ ਖੁੱਲ੍ਹ ਸਕਿਆ ਲੋਕ ਸਭਾ ਦੀਆਂ ਸੀਟਾਂ ਤੇ। ਕਾਂਗਰਸ ਪਾਰਟੀ ਵੀ ਪਿਛਲੀਆਂ 2 ਲੋਕ ਸਭਾ ਸੀਟਾਂ ਤੋਂ 0 ਰਹਿ ਰਹੀ ਉੱਥੇ। ਹਰ ਵਾਰੀ BJP 7 ਦੀਆਂ 7 ਸੀਟਾਂ ਜਿੱਤ ਜਾਂਦੀ ਹੈ। ਐਤਕੀ ਚਰਚਾ ਚੱਲਦੀ ਸੀ ਕਿ ਬਈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਮਝੌਤਾ ਹੋ ਗਿਆ ਤਾਂ 4 ਨਹੀਂ ਤਾਂ 3 ਸੀਟਾਂ ਤਾਂ ਦਿੱਲੀ ਦੀਆਂ ਵੱਟ ਤੇ ਪਈਆਂ, 4 ਨਹੀਂ ਤਾਂ 3 ਪੱਕੀਆਂ। ਪਰ ਹੁਣੇ ਕੀ ਹੋਇਆ? ਕੇਜਰੀਵਾਲ ਸਾਹਿਬ ਨੇ ਪੰਜਾਬ ਦੇ ਵਿੱਚ ਆ ਕੇ ਇੱਕ ਬਿਆਨ ਦਿੱਤਾ। ਉਹ ਕਹਿੰਦੇ ਦਿੱਲੀ ਦੇ ਲੋਕਾਂ ਨੇ ਮਨ ਬਣਾ ਲਿਆ, दिल्ली के लोगों ने मन बना लिया है, वो दिल्ली की 7 लोकसभा सीटें आम आदमी पार्टी को जिताएंगे। यार जे 7 ਦੀਆਂ 7 सीटां तुसीं जितनियां ਤਾਂ कांग्रेस पार्टी कित्थे गई है? ਇਹਦਾ मतलब कि BJP ਦੇ ਮੁਕਾਬਲੇ ਜਿਸ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਦੇ ਲਈ ਕਈ ਮੀਟਿੰਗਾਂ ਵੀ ਹੋਈਆਂ ਕਿ ਉਹ ਮੀਟਿੰਗਾਂ ਦਾ ਦੌਰ ਫੇਲ ਹੋ ਚੁੱਕਿਆ। ਇਹੀ ਹਾਲ ਫਿਰ ਚੰਡੀਗੜ੍ਹ ਦੇ ਵਿੱਚ ਹੋਊਗਾ। ਸੋ ਕੁੱਲ ਮਿਲਾ ਕੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉਧਰਲੇ ਪਾਸੇ ਪੱਛਮੀ ਬੰਗਾਲ, ਇਹ ਸਾਰੇ 6 ਸੂਬੇ ਜਿਹੜੇ ਨੇ, ਇਹਨਾਂ 6 ਸੂਬਿਆਂ ਦੇ ਵਿੱਚ ਕਿਤੇ ਨਾ ਕਿਤੇ ਆਪਣੀ ਫੁੱਟ ਦੇ ਕਰਕੇ ਇੰਡੀਆ ਗੱਠਜੋੜ ਭਾਰਤੀ ਜਨਤਾ ਪਾਰਟੀ ਨੂੰ ਵਾਕਓਵਰ ਦਊ। ਜੰਮੂ ਕਸ਼ਮੀਰ ਦੀਆਂ 2 ਸੂਬੇ ਹੁਣ ਤਾਂ 2 ਹਿੱਸਿਆਂ 'ਚ ਵੰਡ ਗਿਆ, ਪਰ 6 ਲੋਕ ਸਭਾ ਦੀਆਂ ਸੀਟਾਂ ਨੇ, ਉੱਥੇ 3 ਪਾਰਟੀਆਂ ਨੇ ਇੰਡੀਆ ਗੱਠਜੋੜ 'ਚ। ਇੱਕ PDP ਮਹਿਬੂਬਾ ਮੁਫਤੀ ਦੀ, ਦੂਜੀ ਨੈਸ਼ਨਲ ਕਾਨਫਰੰਸ ਉਮਰ ਅਬਦੁੱਲਾ ਤੇ ਫਾਰੂਕ ਅਬਦੁੱਲਾ ਦੀ, ਤੀਸਰੀ ਕਾਂਗਰਸ। ਅਜੇ ਤੱਕ 6 ਸੀਟਾਂ ਨਹੀਂ ਵੰਡ ਹੋਈਆਂ। 2 ਲੜਨੀਆਂ ਜਾਂ ਇੱਕ ਨੇ 3 ਲੜਨੀ, ਇੱਕ ਨੇ 1 ਲੜਨੀ। ਕੁਝ ਫਾਰੂਕ ਅਬਦੁੱਲੇ ਨੇ 15 ਦਿਨ ਪਹਿਲਾਂ ਕਿਹਾ ਸੀ ਕਿ ਜੇ ਤੁਸੀਂ ਛੇਤੀ ਸੀਟਾਂ ਦੀ ਵੰਡ ਨਾ ਕੀਤੀ ਤਾਂ ਫਿਰ ਇੱਥੇ ਤੀਸਰਾ ਮੋਰਚਾ ਖੜਾ ਹੋ ਸਕਦਾ। ਤੇ ਸੀਟਾਂ ਦੀ ਵੰਡ ਤਾਂ ਉੱਥੇ ਵੀ ਨਹੀਂ ਹੋਈ। ਉੱਥੇ ਵੀ ਆਪਸੀ ਫੁੱਟ ਦੇ ਕਰਕੇ ਨੁਕਸਾਨ ਕਿਤੇ ਨਾ ਕਿਤੇ ਹੋ ਸਕਦਾ। ਕੇਰਲਾ ਦੇ ਵਿੱਚ ਕਾਂਗਰਸ ਤੇ ਖੱਬੇ ਪੱਖੀ ਧਿਰਾਂ ਬਰਾਬਰ ਦੀਆਂ ਟੱਕਰ 'ਚ ਨੇ, ਗੱਠਜੋੜ ਤਾਂ ਉੱਥੇ ਵੀ ਨਹੀਂ ਹੋ ਰਿਹਾ। ਸੋ ਕੁੱਲ ਮਿਲਾ ਕੇ ਕੇਰਲਾ ਨੂੰ ਜੇ ਛੱਡ ਵੀ ਲਈਏ, ਪੱਛਮੀ ਬੰਗਾਲ, ਪੰਜਾਬ, ਹਰਿਆਣਾ, ਦਿੱਲੀ, ਇਹ ਸੂਬਿਆਂ ਦੀਆਂ ਕੁੱਲ ਮਿਲਾ ਕੇ 88 ਸੀਟਾਂ ਬਣਦੀਆਂ। 88 ਸੀਟਾਂ ਕੇਰਲਾ ਨੂੰ ਵਿੱਚ ਪਾ ਲਓ, 88 ਤੇ 88 ਸੀਟਾਂ ਆਪਸੀ ਫੁੱਟ ਦੇ ਕਰਕੇ ਨੁਕਸਾਨ ਇੱਥੋਂ ਇੰਡੀਆ ਗੱਠਜੋੜ ਖਾ ਸਕਦਾ। ਸੋ ਹੋ ਸਕਦਾ ਕਿ ਮੇਰੀਆਂ ਕਿਸੇ ਗੱਲਾਂ ਦੇ ਨਾਲ ਸਹਿਮਤੀ ਹੋਵੇ ਜਾਂ ਸਹਿਮਤੀ, ਪਰ ਜਿੱਥੇ ਵੀ ਕਿਤੇ ਗੱਲ ਕੀਤੀ ਆ ਉਹ ਤੱਥ ਸਹਿਤ ਕੀਤੀ ਗਈ ਹੈ। ਜਿਹੜੀਆਂ ਪਾਰਟੀਆਂ BJP ਵੱਲ ਗਈਆਂ, ਜਿਹੜੇ ਲੀਡਰ BJP ਵੱਲ ਗਏ, ਉਹ ਤੁਹਾਡੇ ਸਾਡੇ ਸਾਹਮਣੇ ਨੇ। ਅਜੇ ਵੀ ਇੰਡੀਆ ਗੱਠਜੋੜ ਦੇ ਕੋਲ ਸਮਾਂ। ਜੇ ਇੰਡੀਆ ਗੱਠਜੋੜ ਦੇ ਵਿੱਚ ਸ਼ਾਮਲ ਸਿਆਸੀ ਧਿਰਾਂ ਨੇ ਵੱਧ ਸੀਟਾਂ ਲੈਣ ਦੀ ਰੱਟ ਨਾ ਛੱਡੀ,
ਜੇ ਆਪੋ ਆਪਣੀ ਪਾਰਟੀ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕੀਤੀ, ਅਜੇ ਤੱਕ ਇੱਕ ਵੀ ਇਹਨਾਂ ਦੀ ਸਾਂਝੀ ਰੈਲੀ ਨਹੀਂ ਹੋਈ, ਇੱਕ ਵੀ ਸੂਬੇ ਦੇ ਵਿੱਚ ਇਹ ਸੀਟਾਂ ਨਹੀਂ ਵੰਡ ਸਕੇ, ਅਜੇ ਤੱਕ ਆਪਣਾ ਸਾਂਝਾ ਐਲਾਨਨਾਮਾ ਤੱਕ ਜਾਰੀ ਨਹੀਂ ਕਰ ਸਕੇ, ਆਪਣਾ ਕਨਵੀਨਰ ਤੱਕ ਇਹ ਚੰਗੇ ਤਰੀਕੇ ਨਹੀਂ ਲਾ ਸਕੇ। ਹੁਣ ਨਿਤਿਸ਼ ਕੁਮਾਰ ਜੇ ਜਾਣ ਤੋਂ ਬਾਅਦ ਇਹ ਵੀ ਨਹੀਂ ਪਤਾ ਕਿ ਅਗਲੀ ਮੀਟਿੰਗ ਕਿਹਨੇ ਸੱਦਣੀ ਹੈ। ਸੋ ਜੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇੰਡੀਆ ਗੱਠਜੋੜ ਨੂੰ ਇਸੇ ਤਰੀਕੇ ਬੁਰਕੀ ਕਰਕੇ ਤੋੜਦੀ ਰਹੀ ਤਾਂ ਇਹ ਨਾ ਹੋਵੇ ਕਿ ਮੁੜ ਕੇ ਪਾਈ ਰੋਟੀ ਦਾ ਚੱਪਾ ਹੀ ਰਹਿ ਜਾਵੇ। ਇੰਨਾ ਕਿ ਹਿਸਾਬ ਕਿਤਾਬ ਲਾਉਣਾ ਚਾਹੀਦਾ ਹੈ। ਬਾਕੀ ਅਸੀਂ ਵੋਟਰਾਂ ਨੂੰ ਜ਼ਰੂਰ ਬੇਨਤੀ ਕਰਦੇ ਹਾਂ ਕਿ ਸਿਆਸੀ ਜੋੜ ਤੋੜ ਨਾ ਵੇਖੋ, ਤੁਸੀਂ ਭਾਰਤ ਦਾ ਭਵਿੱਖ ਦੇਖਿਓ। ਭਾਰਤ ਦਾ ਭਵਿੱਖ ਕਿਹਦੇ ਹੱਥ ਸੁਰੱਖਿਅਤ ਹੈ, ਰੁਜ਼ਗਾਰ ਕੌਣ ਪੈਦਾ ਕਰ ਸਕਦਾ, ਲੋਕਾਂ ਨੂੰ ਆਪਸ ਦੇ ਵਿੱਚ ਤੋੜਨ ਦੀ ਥਾਂ ਦੇ ਉੱਤੇ ਜੋੜਨ ਵਾਲੇ ਪਾਸੇ ਨੂੰ ਜਿਹੜਾ ਉਤਰਨਾ ਪਊਗਾ। ਆਪਣੇ ਚਾਚੇ ਤਾਏ ਨੂੰ, ਆਪਣੇ ਨੇੜਲੇ ਨੂੰ, ਆਪਣੇ ਧਰਮ ਦੇ ਬੰਦੇ ਨੂੰ, ਆਪਣੇ ਭਾਈਚਾਰੇ ਦੇ ਬੰਦੇ ਨੂੰ ਵੋਟਾਂ ਪਾਉਣ ਦੀ ਜਗ੍ਹਾ ਚੰਗੇ ਬੰਦੇ ਨੂੰ ਵੋਟਾਂ ਪਾ ਕੇ ਜਿਤਾਇਓ, ਜਿਹਦੇ ਨਾਲ ਕਿ ਦੇਸ਼ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ। ਮੈਂ ਭਾਈ ਆਪਣੇ ਵੱਲੋਂ ਜ਼ੋਰ ਪੂਰਾ ਲਾਇਆ ਪ੍ਰਾਈਮ ਟਾਈਮ ਦੇ ਵਿੱਚ। ਤੁਹਾਨੂੰ ਪਸੰਦ ਆਇਆ ਕਿ ਨਹੀਂ ਆਇਆ, ਇਹ ਹੁਣ ਤੁਸੀਂ ਟਿੱਪਣੀਆਂ ਦੇ ਰੂਪ ਵਿੱਚ ਦੱਸ ਦਿਓ, ਤੇ ਜੇ ਲਾਈਕ ਸ਼ੇਅਰ ਕਰਨ ਨੂੰ ਜੀ ਕਰੇ ਤਾਂ ਉਹ ਵੀ ਕਰ ਸਕਦੇ ਹੋ। ਸੋ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਪ੍ਰਾਈਮ ਟਾਈਮ ਦੇ ਵਿੱਚ ਇੱਥੇ ਹੀ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।